ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਨੂੰ ਸਾਰਿਆਂ ਨੂੰ ਇਸ ਗੁਰੂ ਨਾਨਕ ਦੀ ਪੁਰਵਾੜੀ ਦੇ ਵਿੱਚ ਜੀ ਆਇਆਂ ਨੂੰ ਵੈਲਕਮ। और जिस तरह गुरु महाराज की प्रेरणा हो रही है, सारे रल मिल के असी हरि जस गायन की कोशिश कर रहे हैं, समझने की कोशिश कर रहे हैं और उस मार्गदर्शन के ऊपर चलन की कोशिश हो रही है। आज की क्लास साडे भी डॉक्टर जयदीप सिंह जी साडे नाल सांझ करनगे, कंटिन्यूएशन टू व्हाट ही इज ऑलरेडी इनटू विद अस। ओदे विच आज ओनू अगे लेके जाणगे। ओवर टू यू डॉक्टर जयदीप सिंह जी फ्रॉम शारजा दुबई। वेलकम टू यू और ओवर टू यू प्लीज सर। वाहिगुरु जी का खालसा, वाहिगुरु जी की फतेह। क्या हो कथी कथे कथ देखा, मैं अकथ ना कथ ना जाए, जो तुद भावे सोई आखा, तिल तेरी वडियाई। ਅਸੀਂ ਪਿੱਛੇ ਜੇ ਦੇਖਿਆ ਸ਼ਬਦ ਸੁਰਤ ਦੇ ਮੇਲ ਦੀ ਜਿਹੜੀ ਸੀਰੀਜ਼ ਚੱਲੀ ਆ ਰਹੀ ਹੈ, ਅਸੀਂ ਸ਼ਬਦ ਦੇਖਿਆ, ਉਸ ਤੋਂ ਪਹਿਲਾਂ ਗੁਰੂ ਦੇਖਿਆ ਹੈ, ਸ਼ਬਦ ਦੇਖਿਆ ਹੈ, ਸੁਰਤ ਨੂੰ ਦੇਖਿਆ। ਅੱਜ ਅਸੀਂ ਅੱਗੇ ਇਸ ਗੱਲ ਤੇ ਚੱਲਾਂਗੇ ਕਿ ਇਹਦੀ ਜ਼ਰੂਰਤ ਵੀ ਹੈ, ਕਿੰਨੀ ਕੁ ਜ਼ਰੂਰਤ ਹੈ, ਜੇ ਜ਼ਰੂਰਤ ਹੈ ਤੇ ਕਿਉਂ ਹੈ, ਕੀ ਬੈਨੀਫਿਟ ਨੇ, ਔਰ ਜੇ ਜ਼ਰੂਰਤ ਹੈ ਬੈਨੀਫਿਟ ਵੀ ਹੈ ਦੈਨ ਹਾਊ ਟੂ ਡੂ ਇਟ, ਸਭ ਤੋਂ ਵੱਡੀ ਗੱਲ। ਸੋ ਅਸੀਂ ਇਹ ਕੁਝ ਆਸਪੈਕਟਸ ਅਸੀਂ ਐਤਕੀ ਦੇਖਾਂਗੇ ਐਂਡ ਨੈਕਸਟ ਟਾਈਮ ਮੇ ਬੀ ਇਟ ਵਿਲ ਬੀ ਦਾ ਲਾਸਟ ਪਾਰਟ, ਬਟ ਇਹ ਜਿਹੜਾ ਅੱਜ ਦਾ ਅਸੀਂ ਇਹ ਕੁਝ ਚੀਜ਼ਾਂ ਅਸੀਂ ਦੇਖਾਂਗੇ ਤੇ ਇੱਕ ਜਾਂ ਦੋ ਐਗਜ਼ਾਮਪਲ ਵੀ ਲਾਂਗੇ। ਸੋ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਸੀ ਸੁਰਤ ਤੇ ਅਸੀਂ ਕਿੰਨੇ ਆਸਪੈਕਟ ਦੇਖੇ ਸੀ। ਸੁਰਤ ਦੇ ਅਸੀਂ ਦੇਖਿਆ ਸੀ ਸੂਖਸ਼ਮ ਸੁਰਤ ਕੀ ਹੈਗੀ, ਸਥੂਲ ਸੁਰਤ ਕੀ ਹੈਗੀ ਹੈ, ਤੇ ਅਸੀਂ ਕਈ ਐਗਜ਼ਾਮਪਲ ਵੀ ਲੈ ਲਏ ਸੀ ਕਿ ਸੁਰਤ ਨੂੰ ਇੱਕ ਤਾਰ ਕਿੱਦਾਂ ਕਰਨਾ, ਰੇਡੀਓ ਦਾ ਵੀ ਐਗਜ਼ਾਮਪਲ ਲਿਆ ਸੀ। ਜਿਹੜੀ ਸੁਰਤ ਹੈਗੀ ਹੈ ਇਹ 4 ਪੜਾਵਾਂ ਵਿੱਚੋਂ ਨਿਕਲਦੀ ਹੈ। 4 ਪੜਾਅ ਜਿਹੜੇ ਉਹਦੇ ਹੈਗੇ ਆ। ਪਹਿਲਾ ਜਾਗਰਤ ਪੜਾਅ, ਜਿਹਦੇ ਅੰਦਰ ਫਿਜ਼ੀਕਲੀ ਸਾਡੀ ਸੁਰਤ ਹੁਣੇ ਵੀ ਹੈਗੀ ਆ, ਅਸੀਂ ਜਿਹੜਾ ਕੰਮ ਕਰ ਰਹੇ ਉਹਦੇ ਵਿੱਚ ਵੀ ਸੁਰਤ ਹੁੰਦੀ। ਗਲਤ ਕੰਮ ਵਿੱਚ ਵੀ ਧਿਆਨ ਦਾਂਗੇ ਤਾਂ ਹੀ ਗਲਤ ਕੰਮ ਕਰਾਂਗੇ ਨਾ, ਧਿਆਨ ਨਾਲ ਗਲਤ ਕੰਮ ਕਰੀਦਾ ਤਾਂ ਕਿ ਕੋਈ ਫੜ ਨਾ ਲਵੇ। ਉਹ ਜਿਹੜੀ ਸੁਰਤ ਹੁੰਦੀ ਹੈ ਉਹ ਜਾਗਦੇ ਸਾਡੇ ਡੇਲੀ ਯੂਜ਼ 'ਚ ਹੋ ਰਹੀ ਹੈ, ਉਹਨੂੰ ਜਾਗਰਿਤ ਸੁਰਤ ਕਹਿੰਦੇ। ਫਿਰ ਆਉਂਦੀ ਹੈ ਸੁਪਤ ਸੁਰਤ। ਸੁਪਤ ਸੁਰਤ ਹੁੰਦੀ ਹੈ ਜਦੋਂ ਅਸੀਂ ਸੁੱਤੇ ਹੁੰਦੇ ਹਾਂ, ਜਿਹੜੀ ਅਸੀਂ ਡੇਲੀ ਐਕਟੀਵਿਟੀ ਕੀਤੀ, ਦੇ ਅਪੀਅਰ ਸਮ ਟਾਈਮ ਇਨ ਆਵਰ ਡ੍ਰੀਮਸ, ਜਿੱਥੇ ਕਿ ਅਸੀਂ ਇਟ ਮੇ ਕਮ ਇਨ ਅ ਡਿਸਟੋਰਟਡ ਔਰ ਇਟ ਮੇ ਗੈਟ ਕਨੈਕਟਡ ਵਿਦ ਟੋਟਲੀ ਅਨਕਨੈਕਟਡ ਥਿੰਗਸ। ਤਾਂ ਇਸ ਕਰਕੇ ਸੁਪਨੇ ਦੇ ਅੰਦਰ ਤੁਹਾਨੂੰ ਕਈ ਵਾਰੀ ਝਲਕਾਰਾ ਹੁੰਦਾ, ਕਈ ਵਾਰੀ ਅਚਾਨਕ ਇਹੋ ਜਿਹੀ ਚੀਜ਼ਾਂ ਹੁੰਦੀਆਂ ਜਿਹੜੀ ਪੋਸੀਬਲ ਨਹੀਂ ਹੈ, ਜਾਂ ਫਿਰ ਸਾਡਾ ਧਿਆਨ ਨਹੀਂ, ਡ੍ਰੀਮ ਨਹੀਂ ਆ ਰਿਹਾ, ਖਿਆਲ ਆ ਰਿਹਾ, ਅੱਧੇ ਨੀਂਦ ਵਿੱਚ ਸਾਨੂੰ ਖਿਆਲ ਆ ਰਿਹਾ ਵਿਚ ਆਰ ਡਿਸਕਨੈਕਟਡ। ਦੈਨ ਆਉਂਦੇ ਕਿ ਸ਼ੂਨਯ ਅਵਸਥਾ। ਨਾ ਸ਼ੂਨਯ ਅਵਸਥਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੁੰਨ ਸਮਾਧ ਅਲੱਗ ਚੀਜ਼ ਹੈ ਤੇ ਸ਼ੂਨਯ ਅਵਸਥਾ ਅਲੱਗ ਚੀਜ਼ ਹੈ। ਸ਼ੂਨਯ ਅਵਸਥਾ ਕਰਦੇ ਹੁੰਦੇ ਸੀ ਜਿਹੜੇ ਜੋਗੀ, ਉਹ ਕਹਿੰਦੇ ਸੀ ਮਨ ਨੂੰ ਖਾਲੀ ਕਰ ਦਿਓ, ਮਨ ਤੋਂ ਸਭ ਕੁਝ ਕੱਢ ਦਿਓ, ਸ਼ੂਨਯ ਤੇ ਕੰਸਨਟਰੇਟ ਕਰੋ। ਸ਼ੂਨਯ ਤੇ ਕੰਸਨਟਰੇਟ ਕਰਨ ਨਾਲ ਕੁਝ ਤੁਹਾਡੇ ਕੋਲ ਇੰਨੀ ਕੁਝ ਪਾਵਰਸ ਆਪੇ ਆ ਜਾਂਦੀਆਂ ਜਿਹੜੀ ਰਿੱਧੀ ਸਿੱਧੀਆਂ ਦੇ ਫਾਰਮ 'ਚ ਲੋਕ ਯੂਜ਼ ਕਰਦੇ ਸੀ। ਤੇ ਜਿਹਨਾਂ ਲੋਕਾਂ ਨੇ ਸ਼ੂਨਯ ਕਰ ਲਿਆ, ਆਪਣਾ ਸ਼ੂਨਯ ਤੇ ਲੈ ਗਏ, ਉਹਨਾਂ ਦੇ ਖਿਆਲ ਸਭ ਕੁਝ ਕੰਟਰੋਲ 'ਚੋਂ ਕਰਨ ਦੀ ਕੋਸ਼ਿਸ਼ ਪੂਰੀ ਕਰਦੇ ਨੇ। ਗੁਰੂ ਨਾਨਕ ਦੇਵ ਜੀ ਇੱਕ ਬੜੀ ਵੱਡੀ ਗੱਲ ਕਹੀ ਕਿ ਮਨ ਚੰਚਲ ਹੈ, ਜੇ ਉਹਨੂੰ ਖਾਲੀ ਰੱਖ ਦਿੱਤਾ ਤਾਂ ਬੱਚੇ ਵਾਂਗ ਹੈ। ਜੇ ਬੱਚੇ ਨੂੰ ਗਲਤ ਕੰਮ ਤੋਂ ਹਟਾ ਦਿੱਤਾ ਪਰ ਉਹਨੂੰ ਸਹੀ ਕੰਮ ਨਹੀਂ ਦਿੱਤਾ, ਉਹਨੂੰ ਇੱਕ ਕਮਰੇ 'ਚ ਤੁਸੀਂ ਬਿਠਾ ਕੇ ਨਹੀਂ ਰੱਖ ਸਕਦੇ। ਤੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਵੀ ਇਹੀ ਸਿਖਾਇਆ ਕਿ ਮਨ ਨੂੰ ਸ਼ੂਨਯ ਖਾਲੀ ਨਹੀਂ ਕਰਨਾ, ਉਹਨੂੰ ਅੱਛੇ ਗੁਣਾਂ ਨਾਲ ਬਾਅਦ 'ਚ ਭਰਨਾ ਹੈ, ਸੋ ਦੈਟ ਉਹ ਉਸ ਮਾਰਗ ਤੇ ਤੁਰ ਪਵੇ, ਕਿਉਂਕਿ ਮਨ ਖਾਲੀ ਨਹੀਂ ਬੈਠੇਗਾ, ਔਰ ਜੇ ਬੈਠਾ ਵੀ ਤੇ ਜ਼ਿਆਦਾ ਦੇਰ ਨਹੀਂ ਬੈਠੇਗਾ। ਸੋ ਉਹ ਸਟੇਜ ਤੋਂ ਬਾਅਦ ਅਗਲੀ ਸਟੇਜ ਆਉਂਦੀ ਹੈ ਜਿੱਥੇ ਕਿ ਸੁਰਤ ਸੂਖਸ਼ਮ ਹੋ ਜਾਂਦੀ ਹੈ ਤੇ ਸਭ ਦੇ ਨਾਲ ਜੁੜ ਜਾਂਦੀ ਹੈ, ਜਿਹਨੂੰ ਚੌਥਾ ਪਦ ਕਹਿੰਦੇ। ਸੋ ਇਹ ਕੁਝ ਚੀਜ਼ਾਂ ਅਸੀਂ ਦੇਖੀਆਂ ਸੀ ਸੁਰਤ ਦੀ ਪਿਛਲੀ ਵਾਰੀ ਕਿ ਕਿਸ ਤਰ੍ਹਾਂ ਸੁਰਤ ਅਫੈਕਟ ਕਰਦੀ ਹੈ। ਅੱਜ ਅਸੀਂ ਸਭ ਤੋਂ ਪਹਿਲਾਂ ਇਹ ਚੱਲਣੇ ਕਿ ਕੀ ਜ਼ਰੂਰਤ ਹੈ ਸਾਨੂੰ ਸਤਿਸੁਰ ਦੇ ਮੇਲ ਦੀ। ਬਹੁਤ ਲੋਕ ਅੱਜ ਕੱਲ੍ਹ ਤੁਹਾਨੂੰ ਅਕਸਰ ਮਿਲ ਜਾਣਗੇ, ਲੋਕ ਕਹਿਣਗੇ ਇਹ ਤੇ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਇਹ ਸੋਚਿਆ ਕਿ ਜਨਮ ਮਰਨ ਦੇ ਗੇੜੇ ਚੋਂ ਬਾਹਰ ਨਿਕਲਣਾ ਹੈ। ਪਤਾ ਨਹੀਂ ਜਨਮ ਮਰਨ ਦਾ ਗੇੜਾ ਹੁੰਦਾ ਵੀ ਹੈ ਕਿ ਨਹੀਂ ਹੈ, ਰੀਇਨਕਾਰਨੇਸ਼ਨ ਹੁੰਦੀ ਵੀ ਕਿ ਨਹੀਂ, ਔਰ ਉਸ ਤੋਂ ਬਾਅਦ ਛੁੱਟਣ ਦਾ ਅਸੀਂ ਤੇ ਆਮ ਹੈਗੇ ਹਾਂ, ਠੀਕ ਹੈ, ਜੇ
ਮਰ ਕੇ ਜੀਣਾ ਵੀ ਪਿਆ ਤੇ ਉਦੋਂ ਦਾ ਉੱਥੋਂ ਦੇਖਾਂਗੇ, ਜੇ ਜੀਣਾ ਪਿਆ ਤੇ ਜੀ ਲਾਂਗੇ। ਸੋ ਉਹਨਾਂ ਨੂੰ ਇਹ ਲੱਗਦਾ ਕਿ ਇਹ ਕੋਈ ਮਰਨ ਤੋਂ ਪਰੇ ਦੀ ਗੱਲ ਦੀ ਤਿਆਰੀ ਹੈਗੀ, ਜਿਹੜਾ ਸਭ ਸੁਰ ਦਾ ਮੇਲ ਹੈ। ਸੋ ਇਸ ਕਰਕੇ ਇਸ ਬਾਬਤ ਇਹ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਜਗ੍ਹਾ ਜਗ੍ਹਾ ਸਾਨੂੰ ਇਹ ਹਿਦਾਇਤ ਦਿੱਤੀ ਜਾ ਰਹੀ ਕਿ ਇਹਦੇ ਨਾਲ ਖਾਲੀ ਤੇਰਾ ਪਰਲੋਕ ਹੀ ਨਹੀਂ ਸੁਧਰੇਗਾ, ਲੋਕ ਵੀ ਸੁਧਰੇਗਾ। ਯੂ ਆਰ ਨਾਓ ਆਲਸੋ ਸਫਰਿੰਗ ਇਨ ਯੋਰ ਦਿਸ ਲਾਈਫ ਆਲਸੋ, ਯੋਰ ਡੇਲੀ ਲਾਈਫ ਯੂ ਆਰ ਸਫਰਿੰਗ। ਐਂਡ ਇਹਦੇ ਤੇ ਕੋਈ ਝੂਠ ਨਹੀਂ ਹੈ ਕਿ ਅਸੀਂ ਸਫਰ ਕਰਦੇ ਹਾਂ, ਹਰ ਮੋੜ ਤੇ ਕੋਈ ਨਾ ਕੋਈ ਗੱਲ ਹੋ ਜਾਂਦੀ ਹੈ। ਤੇ ਉਹ ਕਲੀਅਰ ਹੋਣਾ ਚਾਹੀਦਾ ਕਿ ਇਟ ਇਜ਼ ਲੋਕ ਪਰਲੋਕ ਦੋਨੋਂ ਸੁਧਰੇਗਾ। ਜਾਂ ਜਿਸ ਤਰ੍ਹਾਂ ਕਹਿੰਦੇ ਹੈਗੇ ਕਿ ਇਹਾਂ ਉਹਾਂ ਸਾਰਾ ਕੁਝ ਇਜ਼ ਇਨਕਲੂਡਿਡ ਇਨ ਦੈਟ। ਸੋ ਤੁਹਾਡੇ ਖਾਲੀ ਪਰਲੋਕ ਦੀ ਤਿਆਰੀ ਨਹੀਂ ਹੈ, ਇਸ ਲੋਕ ਵਿੱਚ ਵੀ ਤੁਹਾਡੀ ਲਾਈਫ ਵਿਲ ਬੀ ਮਚ ਬੈਟਰ। ਸੋ ਇਸ ਕਰਕੇ ਕੋਈ ਰੀਜ਼ਨ ਨਹੀਂ ਹੈ ਕਿ ਨਹੀਂ ਕੀਤਾ ਜਾਵੇ। ਫਿਰ ਵੀ ਜਿਸ ਤਰ੍ਹਾਂ ਕਿ ਇਹ ਕੁਐਸਚਨ ਵਾਈ ਦਾ ਕੁਐਸਚਨ ਬਹੁਤ ਵਾਰੀ ਉੱਠਦਾ, ਇਸ ਲਈ ਮੈਂ ਇਹ ਕੁਐਸਚਨ ਲਿਆ ਕਿ ਵਾਈ ਵੀ ਵਾਂਟ ਟੂ ਡੂ ਇਟ। ਤੁਸੀਂ ਦੇਖ ਰਹੇ ਹੋ ਬਿਨ ਸ਼ਬਦੇ ਕੀ ਹੋ ਸਕਦਾ ਹੈ। ਇਹ ਹਾਲੇ ਐਗਜ਼ੌਸਟਿਵ ਲਿਸਟ ਨਹੀਂ ਹੈ। ਇਹ ਸਾਰੀ ਜਿਹੜੀ ਲਿਸਟ ਹੈ ਇਹਦੇ ਤੁਸੀਂ ਦੇਖੋ ਹਰ ਅਲੱਗ-ਅਲੱਗ ਅੰਗ ਤੋਂ ਲਿਆ ਗਿਆ, ਇਸ ਲਈ ਇਹ ਗੱਲ ਦੀ ਹਿਦਾਇਤ ਬਾਰ-ਬਾਰ ਦਿੱਤੀ ਗਈ ਹੈ ਸਾਨੂੰ। ਸੋ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਗਈ ਹੈ ਕਿ ਬਿਨ ਸ਼ਬਦੇ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ। ਯੂ ਆਰ ਬਲਾਈਂਡ ਐਂਡ ਡੈਫ। ਜਦੋਂ ਤੁਸੀਂ ਬਲਾਈਂਡ ਐਂਡ ਡੈਫ ਹੋ ਜਾਂਦੇ ਹੋ, ਤੁਹਾਨੂੰ ਕੋਈ ਅੱਛੀ ਗੱਲ ਸੁਣਾਈ ਨਹੀਂ ਦਿੰਦੀ। ਵਾਟ ਇਜ਼ ਦ ਮੀਨਿੰਗ ਆਫ ਬੋਲਾ ਤੇ ਅੰਨਾ ਹੋਣਾ? ਇਟ ਇਜ਼ ਨਾਟ ਕਿ ਤੁਸੀਂ ਫਿਜ਼ੀਕਲੀ ਹੋ ਗਿਆ, ਤੁਹਾਨੂੰ ਅੱਛੀ ਚੀਜ਼ਾਂ ਦਿਖਣੀਆਂ ਬੰਦ ਹੋ ਜਾਣਗੀਆਂ, ਲੋਕਾਂ 'ਚ ਖੋਟ ਦਿਖਣੀ ਸ਼ੁਰੂ ਹੋ ਜਾਂਦੀ ਹੈ, ਤੁਸੀਂ ਅੰਨੇ ਹੋ ਜਾਂਦੇ ਹੋ ਟੁਵਰਡਸ ਗੁੱਡ ਥਿੰਗਸ, ਵਰਚੂਸ। ਕਿਸੇ ਦੇ ਅੰਦਰ ਕੋਈ ਵਰਚੂ ਦਿਖਣੀ ਬੰਦ ਹੋ ਜਾਂਦੀ ਤੇ ਬੋਲੇ ਵੀ ਹੋ ਜਾਂਦੇ ਹੋ, ਤੁਹਾਨੂੰ ਚੰਗੀ ਗੱਲਾਂ ਸੁਣਨੀਆਂ ਨਹੀਂ ਅੱਛੀ ਲੱਗਦੀਆਂ, ਗੁਰਦੁਆਰੇ ਬਹਿਣਾ ਮੁਸ਼ਕਲ ਹੋ ਜਾਂਦਾ ਹੈ। ਜੇ ਪ੍ਰੋਗਰਾਮ 2 ਘੰਟੇ ਤੋਂ ਬਾਅਦ ਚਲੇ ਜਾਏ ਤੇ ਬੜੀ ਪ੍ਰੋਬਲਮ ਹੋ ਜਾਂਦੀ ਹੈ ਕਿ ਬਸ ਬਹੁਤ ਹੋ ਗਿਆ, ਕਿਉਂਕਿ ਸੁਣਿਆ ਨਹੀਂ ਦੇਖਿਆ ਜਾਂਦਾ, ਨਾ ਦੇਖਿਆ ਜਾਂਦਾ। ਸੋ ਇਹਦੇ ਅੰਦਰ ਜਿਹੜਾ ਹੈਗਾ, ਕਿਉਂਕਿ ਸਾਡੀ ਸੁਰਤ ਸ਼ਬਦ ਦੇ ਨਾਲ ਜੁੜੀ ਨਹੀਂ ਰਹੀ ਤੇ ਕਿੰਨੀ ਦੇਰ ਟੋਲਰੇਟ ਹੋਏਗਾ। ਇੱਥੇ ਕਈ ਸਾਰੇ ਸ਼ਬਦ ਇਹੋ ਜਿਹੇ ਆਏ ਨੇ, ਮੈਂ ਇਹ ਇੱਕ ਸ਼ਬਦ ਦਾ ਮੀਨਿੰਗ ਨਹੀਂ ਕਰ ਰਿਹਾ, ਮੈਂ ਇੱਕ ਲਿਸਟ ਸੁਣਾ ਰਿਹਾ ਕਿ what will happen ਜੇ ਇਸੇ ਸਭ ਸੁਰਤ ਦੀ ਕਮਾਈ ਨਾ ਕੀਤੀ ਤੇ ਕੀ ਹੋ ਜਾਏਗਾ। ਸੋ ਬਹੁਤ ਇੱਕ ਲਿਸਟ ਹੀ ਪੜਾਂਗਾ, ਥੋੜੀ ਲਿਟਲ ਤੇਜ਼ ਸਾਰੀ ਪੜ੍ਹ ਦਾਂਗਾ ਤਾਂ ਕਿ ਅਸੀਂ ਕਵਰ ਕਰ ਸਕੀਏ ਪੂਰੀ। ਕਹਿੰਦੇ ਹਮੇਸ਼ਾ ਦੁੱਖ ਭੋਗਣਾ ਪੈਂਦਾ, ਕਰਮ ਕਾਂਡ ਕੋਈ ਕੰਮ ਨਹੀਂ ਆਉਂਦੇ ਤੇ ਭਰਮ ਬਣਿਆ ਰਹਿੰਦਾ ਹੈ। ਅਸੀਂ ਭਰਮਗੜ੍ਹ ਦੀ ਇੱਕ ਵਾਰੀ ਗੱਲ ਕੀਤੀ ਸੀ ਸ਼ੁਰੂ 'ਚ। ਆਣਾ ਜਾਣਾ ਲੱਗਿਆ ਰਹਿੰਦਾ ਹੈ ਜਨਮ ਮਰਨ ਦੇ, ਜਮ ਕਾਲ ਤੇ ਮੌਤ ਦਾ ਡਰ ਬਣਿਆ ਰਹਿੰਦਾ ਹੈ। ਜਮ who are ਜਮ very clear। ਜਮ ਅਸੀਂ ਕਈ ਜਗ੍ਹਾ ਇਸ ਤਰ੍ਹਾਂ ਲੈ ਲਿਆ ਕਿ ਜਮ ਬਹੁਤ ਕੋਈ ਖਰਾਬ ਚੀਜ਼ ਹੈ ਨਾ, ਜਮ ਇਜ਼ ਪੁਲਿਸ, ਜਮ ਇਜ਼ ਪੁਲਿਸ ਆਫ ਗੋਡ। ਸੋ ਕੀ ਹੈ ਜਮ, ਜੇ ਤੁਸੀਂ ਕਰਦੇ ਤਾਂ ਜਮ ਲੈ ਜਾਂਦੇ, ਤੁਹਾਨੂੰ ਜਮ ਦੰਡ ਦਿੰਦੇ। ਸੋ ਜਮ ਕਾਲ ਤੇ ਮੌਤ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਤੇ ਅਵਗੁਣਾਂ ਨਾਲ ਭਰਿਆ ਰਹਿੰਦਾ ਮਨ, ਤੇ ਸੱਚੇ ਮਾਰਗ ਤੋਂ ਭਟਕ ਜਾਂਦਾ ਹੈ ਕਿਉਂਕਿ ਸੱਚਾ ਮਾਰਗ ਦਿਖਦਾ ਨਹੀਂ ਤੇ ਸੁਣਦਾ ਨਹੀਂ, ਅਸੀਂ ਹੁਣ ਨਹੀਂ ਦੇਖਿਆ। ਵਿਵੇਕਹੀਨ ਬੁੱਧੀ ਸਹੀ ਗਲਤ ਦਾ ਫਰਕ ਨਹੀਂ ਪਛਾਣ ਪਾਉਂਦੀ ਕਿਉਂਕਿ ਵਿਵੇਕ ਬੁੱਧੀ ਹੈ ਹੀ ਨਹੀਂ। ਸੋ ਇਸ ਕਰਕੇ ਸੱਚੇ ਬੁਰੇ ਦਾ ਡਿਫਰੈਂਸ਼ੀਏਸ਼ਨ ਹੀ ਖਤਮ ਹੋ ਜਾਂਦਾ। ਫਿਰ ਮਨੁੱਖ ਦੁਨਿਆਵੀ ਧੰਦਿਆਂ 'ਚੋਂ ਫਸਿਆ ਰਹਿੰਦਾ, ਹਰ ਵਕਤ ਧਿਆਨ ਇਹ ਹੋਏਗਾ ਮੇਰਾ ਬਿਜ਼ਨਸ, ਮੇਰੇ ਬੱਚੇ, ਮੇਰਾ ਇਹ, ਹਮੇਸ਼ਾ ਧਿਆਨ ਉੱਥੇ ਰਹੇਗਾ, ਕਦੀ ਉਹ ਡਿਟੈਚ ਨਹੀਂ ਹੋ ਪਾਉਂਦਾ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਮਾਇਆ ਤੋਂ ਡਿਟੈਚ ਨਹੀਂ ਹੋ ਪਾਉਂਦਾ, ਮੈਂਟਲੀ ਆਲਸੋ, ਫਿਜ਼ੀਕਲੀ ਦੀ ਗੱਲ ਨਹੀਂ ਹੋ ਰਹੀ। ਫਿਰ ਸਤਿਗੁਰ ਦੀ ਸ਼ਰਧਾ ਭਾਵਨੀ ਬਣਦੀ ਹੀ ਨਹੀਂ। ਅੱਗੇ ਜਾ ਕੇ ਅਸੀਂ ਦੇਖਾਂਗੇ ਕਿਸ ਤਰ੍ਹਾਂ ਮਨ ਦੇ ਸਟੇਜਸ ਨੇ, ਜਦੋਂ ਮਨ ਖਿੱਚਿਆ ਜਾਂਦਾ ਹੈ, ਮਨ ਕਿੱਥੇ ਕਿੱਥੇ ਭਟਕਦਾ ਹੈ, ਜਦੋਂ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀ ਆਏਗਾ। ਫਿਰ ਨਾਮ ਦਾ ਰਸ ਹੀ ਨਹੀਂ ਆਉਂਦਾ, ਇਹ ਵੀ ਅਸੀਂ ਦੇਖਾਂਗੇ, ਨਾਮ ਦਾ ਰਸ ਨਹੀਂ ਆਉਂਦਾ, ਜਿਹਨੂੰ ਲੂਣੀ ਸਿਲ ਚੱਟਣ ਵਾਲੀ ਗੱਲ ਹੈ, ਵੀ ਵਿਲ ਸੀ ਦੈਟ ਆਲਸੋ। ਫਿਰ ਸਭ ਜਿਸ ਤਰ੍ਹਾਂ ਕਿਹਾ ਕਿ ਇਹ ਸਬਦੇ ਹੀ ਨਾ ਉਪਜੇ, ਉਹਦੇ ਹਿਸਾਬ ਦੇ ਨਾਲ ਨਾਮ ਉਪਜਦਾ ਹੀ ਨਹੀਂ ਅੰਦਰ ਮਨ ਦੇ। ਫਿਰ ਨਾਮ ਦੀ ਜੋ ਉਪਜੇਗਾ ਨਹੀਂ ਤੇ ਨਾਮ ਦੀ ਪ੍ਰਾਪਤੀ ਨਹੀਂ ਹੋਏਗੀ।
ਤੇ ਭਰਮ ਦੀ ਨੀਂਦ ਵਿੱਚ ਜੀਵਨ ਪੂਰਾ ਨਿਕਲ ਜਾਂਦਾ ਹੈ, ਵਿਅਰਥ ਜਿਹਨੂੰ ਕਹਿੰਦੇ ਹੈ ਕਿ ਜਨਮ ਗਵਾਇਆ। ਉਸ ਤੋਂ ਬਾਅਦ ਸਾਰਾ ਦਾਨ ਧਰਮ ਕਰਮ ਜਿਹੜੇ ਅਸੀਂ ਆਪਣੀ ਆਲੋ ਕਰ ਰਹੇ, ਮੈਂ ਬੜੀ ਚੈਰਿਟੀ ਕਰ ਰਿਹਾ, ਬੜੀ ਸੇਵਾ ਕਰ ਰਿਹਾ, ਬੜਾ ਇਹ ਕਰ ਰਿਹਾ, ਸਾਰਾ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ। ਇਟ ਜਸਟ ਬਿਕਮ ਅ ਕਰਮ ਕਾਂਡ। ਮਨ ਦਾ ਟਿਕਾਅ ਹੀ ਨਹੀਂ ਆਉਂਦਾ, ਤੇ ਇਸ ਲਈ ਇਸ ਲਾਈਫ ਵਿੱਚ ਵੀ ਸ਼ਾਂਤੀ ਨਹੀਂ ਮਿਲਦੀ, ਵਿਕਾਰਾਂ ਤੋਂ ਮੁਕਤੀ ਨਹੀਂ ਮਿਲਦੀ। ਉਸ ਤੋਂ ਬਾਅਦ ਹਉਮੈ ਦਾ ਦੀਰਘ ਰੋਗ ਜਿਹੜਾ ਕਿਹਾ ਗਿਆ, ਹਉਮੈ ਦੀਰਘ ਰੋਗ, ਉਹ ਹਉਮੈ ਤੋਂ ਕਦੀ ਛੁਟਕਾਰਾ ਨਹੀਂ ਮਿਲਦਾ। ਤੇ ਜਿੰਨਾ ਮਰਜ਼ੀ ਪੜ੍ਹੀ ਜਾਈਏ ਗੁਰਬਾਣੀ, ਜਿੰਨੀ ਮਰਜ਼ੀ ਵਿਆਖਿਆ ਕਰੀ ਜਾਈਏ, ਜਿੰਨਾ ਮਰਜ਼ੀ ਇਹਦੇ ਵਿਸ਼ਲੇਸ਼ਣ ਕਰੀ ਜਾਈਏ, ਪੜ੍ਹ ਕੇ ਵਿਵਾਦ ਕਰਦੇ ਰਹਿ ਜਾਂਦੇ ਆ, ਪਰ ਜਿਹੜਾ ਤੱਤ ਗਿਆਨ ਉਹ ਕਦੀ ਨਹੀਂ ਮਿਲਦਾ। ਤੇ ਮਨ ਦੀ ਮੈਲ ਹੀ ਨਹੀਂ ਕਦੀ ਉਤਰਦੀ। ਮਨ ਦੀ ਮੈਲ ਦੇ ਬਾਰੇ ਵਿੱਚ ਵੀ ਅਸੀਂ ਇੱਕ ਐਗਜ਼ਾਮਪਲ ਲਾਂਗੇ। ਆਤਮਿਕ ਤੌਰ ਤੋਂ ਅੰਨੇ ਹੋ ਕੇ ਠੋਕਰਾਂ ਖਾਂਦੇ, ਜਿਹੜੀ ਗੱਲ ਹੋਈ ਸੀ ਅੰਨਾ ਬੋਲਾ, ਅੰਨੇ ਹੋਣ ਦੀ ਵਜ੍ਹਾ ਨਾਲ ਆਤਮਿਕ ਤੌਰ ਤੇ ਜਗ੍ਹਾ ਜਗ੍ਹਾ ਠੋਕਰਾਂ ਪੈਂਦੀਆਂ ਹੈ। ਤੇ ਜਿਹੜਾ ਹੀਰੇ ਜੈਸਾ ਜਨਮ ਹੈ ਉਹ ਕੋਡੀਆਂ ਪੱਲੇ ਚਲਾ ਜਾਂਦਾ, ਅਸੀਂ ਜਾਣਦੇ ਇਸ ਦਾ। ਉਸ ਤੋਂ ਬਾਅਦ ਆਤਮਿਕ ਅਡੋਲਤਾ ਹੀ ਨਹੀਂ ਪ੍ਰਾਪਤ ਹੁੰਦੀ, ਤੇ ਕਿਧਰੋਂ ਦੀ ਉੱਥੇ ਧਿਆਨ ਲੱਗੇਗਾ। ਸੋ ਆਪਣਾ ਆਪਾ ਜਿਹੜਾ ਪਛਾਣ ਦੀ ਗੱਲ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਵਾਲੀ ਗੱਲ ਹੀ ਨਹੀਂ, ਕਿਉਂਕਿ ਆਪਣੇ ਆਪ ਨੂੰ ਹੀ ਨਹੀਂ ਪਹਿਲਾਂ ਪਛਾਣਿਆ ਜਾਂਦਾ। ਉਸ ਤੋਂ ਬਾਅਦ ਤੇ ਜਿਸ ਤਰ੍ਹਾਂ ਕਿ ਕਿਹਾ ਗਿਆ ਹੈ ਕਿ ਪ੍ਰਭੂ ਦੀ ਦਰਗਾਹ ਤੇ ਕੋਈ ਜਗ੍ਹਾ ਨਹੀਂ ਮਿਲਦੀ ਇਹੋ ਜਿਹੇ ਲੋਕਾਂ ਨੂੰ। ਲਿਸਟ ਇਜ਼ ਐਗਜ਼ੌਸਟਿਵ, ਐਟਲੀਸਟ 15-20 ਹੋਰ ਚੀਜ਼ਾਂ ਨੇ। ਆਈ ਵਿਲ ਨਾਟ ਗੋ ਇਨਟੂ ਡਿਟੇਲ, ਨਹੀਂ ਤੇ ਖਤਮ ਨਹੀਂ ਹੋਏਗਾ। ਬਟ ਅਸੀਂ ਇਹ ਦੇਖਿਆ ਕਿ ਇਹੋ ਜਿਹੀ ਕਿੰਨੀਆਂ ਚੀਜ਼ਾਂ ਹੈਗੀਆਂ ਜਿਹਦੇ ਨਾਲ ਕਿਉਂ ਸਾਨੂੰ ਇਹ ਕਰਨਾ ਚਾਹੀਦਾ, ਨਹੀਂ ਕਰਾਂਗੇ ਤੇ ਕੀ ਹੋ ਜਾਏਗਾ। ਉਸ ਤੋਂ ਅੱਗੇ ਅਸੀਂ ਜਾਵਾਂਗੇ ਤੇ ਅਸੀਂ ਦੇਖਾਂਗੇ ਬੈਨੀਫਿਟਸ ਕੀ ਨੇ ਜੇ ਅਸੀਂ ਕਰੀਏ। ਤੇ ਬਹੁਤ ਵੱਡੀ ਗੱਲ ਲਿਖੀ ਗਈ ਹੈ ਕਿ ਸਗਲੇ ਕਰਮ ਧਰਮ ਸੱਚ ਸੰਜਮ ਜਪ ਤਪ ਤੀਰਥ ਸਾਰਾ ਕੁਛ ਹੀ ਸ਼ਬਦ ਦੇ ਵਿੱਚ ਵਸਿਆ ਹੋਇਆ ਹੈ। ਸੋ ਜੇ ਸ਼ਬਦ ਦੇ ਨਾਲ ਸਾਡੀ ਨਾ ਲੱਗੀ ਸੁਰਤ, ਤੇ ਇਹ ਸਾਰੀ ਚੀਜ਼ਾਂ ਕਰਨੀਆਂ ਵਿਅਰਥ ਹੋ ਜਾਂਦੀਆਂ। ਇਹ ਸਾਰੀ ਚੀਜ਼ਾਂ ਉਦੋਂ ਫਾਇਦਾ ਦਿੰਦੀਆਂ ਜਦੋਂ ਅਸੀਂ ਸਭ ਸੁਰ ਦੇ ਮੇਲ ਦੇ ਨਾਲ ਚੱਲੀਏ। ਸੋ ਜਦੋਂ ਅਸੀਂ ਐਡੀ ਲੰਬੀ ਲਿਸਟ ਬਣਾਈ ਹੈਗੀ ਹੈ, ਕਰਮ ਧਰਮ ਸੱਚ ਸੰਜਮ ਜਪ ਤਪ ਤੀਰਥ, ਇਟ ਕਵਰਸ ਐਵਰੀਥਿੰਗ ਵਾਟ ਯੂ ਆਰ ਡੂਇੰਗ ਆਪਣੀ ਆਤਮਿਕ ਤਰੱਕੀ ਲਈ, ਜਾਂ ਜਿਹਨੂੰ ਕਹਿੰਦੇ ਹੈਗੇ ਕਿ ਸਪਿਰਿਚੁਅਲ ਡਿਵੈਲਪਮੈਂਟ ਲਈ ਜਿੰਨੀ ਚੀਜ਼ਾਂ ਕਰਦੇ ਸਭ ਵਿਅਰਥ ਜਾਂਦੀਆਂ। ਸੋ ਇਸ ਕਰਕੇ ਹਾਊ ਇੰਪੋਰਟੈਂਟ ਇਟ ਇਜ਼, ਇਹ ਬਹੁਤ ਕਲੀਅਰਲੀ ਸਾਨੂੰ ਕਿਹਾ ਗਿਆ ਹੈ ਗੁਰਬਾਣੀ ਦੇ ਅੰਦਰ। ਥੱਲੇ ਅਸੀਂ ਕਈ ਸ਼ਬਦ ਦੇਖ ਰਹੇ ਹਾਂ, ਅਲੱਗ ਅਲੱਗ ਜਗ੍ਹਾ ਸਾਨੂੰ ਕਿਹਾ ਗਿਆ ਹੈ ਕਿ ਗੁਰ ਕੇ ਸ਼ਬਦ ਕੀ ਹੋ ਜਾਏਗਾ। ਸੋ ਇਸ ਕਰਕੇ ਬੈਨੀਫਿਟਸ ਅਗੇਨ ਬੜੇ ਸ਼ਬਦ ਨੇ। ਆਈ ਵਿਲ ਅਗੇਨ ਗਿਵ ਯੂ ਅ ਲਿਸਟ, ਸੋ ਆਈ ਵਿਲ ਗੋ ਲਿਟਲ ਫਾਸਟਰ। ਸੋ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਹੈਗਾ ਕਿ ਜਨਰਲੀ ਮਨੁੱਖ ਆਪਣੇ ਨੀਵੇਂ ਖਿਆਲਾਂ ਜਾਂ ਕਰਮਾਂ ਦੇ ਕਾਰਨ ਦੁੱਖ ਕਲੇਸ਼ ਭੋਗਦਾ ਰਹਿੰਦਾ ਹੈ, ਤੇ ਕਈ ਜਨਮਾਂ ਤੋਂ ਆਉਂਦਾ ਜਾਂਦਾ ਰਹਿੰਦਾ ਹੈ। ਤੇ ਉਹਦੇ ਕਰਕੇ ਕੀ ਹੋ ਜਾਂਦਾ ਕਿ ਮਤ ਬੁੱਧੀ ਅੰਤਿਸ਼ਕਰਨ ਭ੍ਰਸ਼ਟ ਹੋਇਆ ਪਿਆ ਜਨਮਾਂ ਤੋਂ, ਇੱਕ ਦਿਨ ਦੀ ਗੱਲ ਨਹੀਂ ਹੈ। ਤੋ ਉਹਦੇ ਵਿਪਰੀਤ ਜੇ ਪ੍ਰਕਾਸ਼ ਰੂਪੀ ਸ਼ਬਦ ਦੁਆਰਾ ਮਨੁੱਖ ਦੀ ਬੁੱਧੀ ਜਾਂ ਮਤ ਉਹਨੂੰ ਸਾਧ ਸੰਗਤ ਰੂਪੀ ਸੱਚੀ ਟਕਸਾਲ ਦੇ ਅੰਦਰ ਘੜੀ ਜਾਏ, ਜਿਸ ਤਰ੍ਹਾਂ ਕਿ ਆਖਰੀ ਪੌੜੀ ਕਹਿੰਦੀ ਹੈ ਜਪਜੀ ਸਾਹਿਬ ਦੀ, ਤੇ ਇਹਦੇ ਕੋਈ ਫਾਇਦੇ ਹੋ ਜਾਂਦੇ। ਜਿਸ ਤਰ੍ਹਾਂ ਕਿ ਸਭ ਸੁਰਤ ਦੀ ਕਮਾਈ ਕਰਦਿਆਂ ਵਕਤ ਕਦੀ ਕਦੀ ਆਤਮਿਕ ਸੁੱਖਿਆ ਅਨੁਭਵ ਦਾ ਇੱਕ ਝਲਕਾਰਾ ਪੈਂਦਾ, ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ। ਇਟ ਵਿਲ ਕਮ ਲਾਈਕ ਅ ਬਲਿਸ ਫॉर ਫਿਊ ਸੈਕਿੰਡਸ, ਉਹਦਾ ਝਲਕਾਰਾ ਹੁੰਦਾ ਹੈ। ਤੇ ਇਹ ਜਿਹੜਾ ਰਸ ਹੈ ਉਹ ਇੱਕ ਵਾਰੀ ਝਲਕਾਰਾ ਜਿਹੜਾ ਪਿਆ, ਉਹ ਇੰਡੀਕੇਸ਼ਨ ਹੁੰਦਾ ਯੂ ਗੋ ਔਨ ਦਿਸ ਪਾਥ। ਜਦੋਂ ਤੁਸੀਂ ਜਾਂਦੇ ਹੋ ਬਾਰ-ਬਾਰ ਤੁਹਾਨੂੰ ਉਹ ਰਸ ਬਾਰ-ਬਾਰ ਯਾਦ ਆਏਗਾ, ਤੇ ਉਹ ਰਸ ਹੀ ਤੁਹਾਨੂੰ ਉਸ ਤਰਫ ਮੋੜੇਗਾ ਜਿੱਥੇ ਕਿ ਤੁਹਾਡੇ ਸ਼ਬਦ ਕਮਾਈ ਦੇ ਰਸਤਾ ਹੋਏਗਾ। ਸੋ ਇਸ ਕਰਕੇ ਜਦੋਂ ਇਹ ਚੀਜ਼ ਹੋਵੇ ਨਾ, ਕੰਸਨਟਰੇਟ ਔਨ ਦੈਟ, ਡੋਂਟ ਲੀਵ ਇਟ। ਦੂਸਰੀ ਗੱਲ, ਸੱਚੀ ਟਕਸਾਲ 'ਚ ਜੇ ਘੜਿਆ ਜਾਏ ਮਤ ਮਨ ਬੁੱਧ, ਤੇ ਆਤਮਿਕ ਗਿਆਨ ਤੇ ਉਤਸ਼ਾਹ ਤੋਂ ਭਰਪੂਰ ਹੋਣ ਦੇ ਕਾਰਨ ਨਿਸ਼ਕਾਮ ਸੇਵਾ ਜਾਂ ਪਰੋਪਕਾਰ ਦੀ ਤਰਫ ਮਨ ਲੱਗ ਜਾਂਦਾ ਹੈ, ਆਪੇ ਲਗਾਉਣਾ ਨਹੀਂ ਪੈਂਦਾ, ਕਿਉਂਕਿ ਮਤ ਮਨ ਘੜੀ ਗਈ ਹੁੰਦੀ ਉਸ ਤਰਫ। ਦੂਸਰੀ ਗੱਲ, ਸਾਰੀ ਮਾਇਆ ਦੀ ਜਿਹੜੀ ਜਗਤ ਹੈ, ਜਿਹਨੂੰ ਕਹਿੰਦੇ ਹੈਗੇ ਕਿ ਧੂਏ ਦਾ ਪਹਾੜ,
ਉਹ ਐਕਚੁਅਲੀ ਨਜ਼ਰ ਆਉਣ ਲੱਗ ਪੈਂਦਾ ਹੈ। ਪੂਰਾ ਮਾਇਆ ਦਾ ਜੰਜਾਲ ਇੱਕ ਧੂਏ ਦਾ ਪਾੜ ਹੀ ਨਜ਼ਰ ਆਉਣ ਲੱਗ ਪੈਂਦੇ ਆ। ਕਿਉਂ? ਕਿਉਂਕਿ ਅੰਧਕਾਰ ਦਾ ਜਾਂ ਅਗਿਆਨਤਾ ਦਾ ਅੰਧਕਾਰ ਉਹ ਪੂਰਾ ਉੜ ਜਾਂਦਾ ਹੈ। ਸੋ ਇਸ ਕਰਕੇ ਵੀ ਗੈਟ ਰਿਅਲਾਈਜੇਸ਼ਨ, ਤੇ ਭਰਮ ਦਾ ਅੰਧੇਰਾ ਮਿਟ ਜਾਂਦਾ ਹੈ। ਜਿਹੜਾ ਸਾਨੂੰ ਇੱਕ ਭਰਮ ਬਣਿਆ ਹੋਇਆ ਹੈ ਦੂਜੇ ਭਾਵ ਦਾ, ਸਭ ਤੋਂ ਵੱਡਾ ਭਰਮ ਹੈ ਦੂਜੇ ਭਾਵ ਦਾ, ਕਿ ਮੈਂ ਕੋਈ ਹੋਰ ਹਾਂ ਤੇ ਰੱਬ ਕੋਈ ਹੋਰ। ਫਿਰ ਤ੍ਰੈਗੁਣੀ ਮਾਇਆ ਦੇ ਵਿਸਮਾਤ ਤੋਂ ਸੁੱਤਾ ਹੋਇਆ ਮਨੁੱਖ ਸਹਿਜ ਸੁਭਾਏ ਆਤਮਿਕ ਜਾਗ ਵੀ ਜਾ ਜਾਂਦਾ ਹੈ। ਜਿਹੜਾ ਸਾਡਾ ਮਨ ਸੁੱਤਾ ਹੋਇਆ ਤੇ ਸੰਸਾਰਿਕ ਧਾਰਮਿਕ ਗਿਆਨ, ਨਿੱਜੀ ਜੁਗਤੀਆਂ ਜਾਂ ਸਿਆਣਪਾਂ, ਉਹ ਸਾਰੀ ਜਰੰਗਤ ਦੇ ਕਾਰਨ ਸਾਡੀ ਜਿਹੜੀ ਹੈ ਅੰਦਰੂਨੀ ਬਦਲਾਵ ਨਹੀਂ ਆਉਂਦਾ, ਕਿਉਂਕਿ ਅਸੀਂ ਆਪਣੀ ਸਿਆਣਪਾਂ ਵਰਤਦੇ ਹਾਂ, ਆਪਣੀ ਜੁਗਤੀਆਂ, ਆਪਣੀਆਂ ਯੁਕਤੀਆਂ ਹੀ ਵਰਤਦੇ ਹਾਂ। ਸੋ ਇਹ ਸਾਰੀ ਚੀਜ਼ਾਂ ਤੋਂ ਛੁਟਕਾਰਾ ਮਿਲ ਜਾਂਦਾ। ਸਾਨੂੰ ਪਤਾ ਲੱਗ ਜਾਂਦਾ ਇਹ ਸਾਡੇ ਕਿਸੇ ਕੰਮ ਨਹੀਂ ਆਣੀ। ਸਾਨੂੰ ਆਤਮਿਕ ਤੱਤ ਗਿਆਨ ਚਾਹੀਦਾ ਹੈਗਾ। ਇਸ ਕਰਕੇ ਕਿਉਂ? ਕਿਉਂਕਿ ਇਹੋ ਹੀ, ਇਸੇ ਨਹੀਂ ਪਰਿਵਰਤਨ ਲਿਆਣਾ, ਇਸੇ ਨਹੀਂ ਫਰਕ ਲਿਆਣਾ, ਇਹ ਚੇਂਜ ਲਿਆਣੀ ਸਾਡੀ ਲਾਈਫ ਦੇ ਅੰਦਰ, ਉਹਨੇ ਨਹੀਂ ਲਿਆਣੀ। ਸ਼ਬਦ ਦੀ ਕਮਾਈ ਦੇ ਪ੍ਰਤੀ ਇੱਕ ਦ੍ਰਿਸ਼ਟੀ ਬਣਦੀ, ਇੱਕ ਨਜ਼ਰੀਆ ਬਣਦਾ ਹੈ ਕਿ ਮਨਮੁਖ ਜਿਹੜੇ ਗੁਰਮੁਖ ਜਨ ਨੇ ਉਹ ਕਰਮ ਸਾਰੇ ਸੰਸਾਰ ਦੇ ਸੁਖਦਾਈ ਔਰ ਆਦਰਸ਼ ਗਿਣੇ ਜਾਂਦੇ ਨੇ। ਉਹਨਾਂ ਦੇ ਕੰਮ ਇਹੋ ਜਿਹੇ ਹੋ ਜਾਂਦੇ ਕਿ ਪੂਰਾ ਜੀਵਨ ਸੁਖਦਾਈ ਹੋ ਜਾਂਦਾ ਤੇ ਲੋਕ ਉਹਨੂੰ ਐਜ਼ ਅ ਆਈਡੀਅਲ ਮੰਨਣ ਲੱਗ ਪੈਂਦੇ। ਇਹੋ ਜਿਹੇ ਲੋਕ, ਉਹ ਬਣਵਾਉਂਦਾ ਨਹੀਂ ਆਪਣੇ ਆਪ ਨੂੰ, ਪਰ ਲੋਕੀ ਆਈਡੀਅਲ, ਦੇ ਟਰਾਈ ਟੂ ਫੋਲੋ ਹਿਮ, ਯੂ ਬਿਕਮ ਐਨ ਇੰਸਪੀਰੇਸ਼ਨ ਫॉर them। ਤੇ ਸ਼ਬਦ ਦੇ ਰਸ ਵਿੱਚ ਸਹਿਜੇ ਹੀ ਸਾਡੇ ਅੰਦਰ ਜਿਹੜੀ ਜਿਹਨੂੰ ਕਹਿੰਦੇ ਹੈਗੇ ਅੱਛੇ ਵਿਚਾਰ ਜਾਂ ਦੇਵੀ ਵਿਚਾਰ, ਉਹ ਆਪੇ ਹੀ, ਜਿਸ ਤਰ੍ਹਾਂ ਕਿ ਅਸੀਂ ਦੇਖਿਆ ਮਨ ਦੇ ਅੰਦਰ ਆਪੇ ਉਪਜਦੇ ਨੇ ਕੁਝ ਥਾਟਸ, ਵੀ ਆਰ ਨਾਟ ਟਰਾਈਂਗ ਇਟ। ਸੋ ਜਿਹੜੇ ਉਪਜਦੇ ਨੇ ਥਾਟ, ਉਹ ਜਿਹੜੇ ਆਪੇ ਉਪਜਦੇ ਨੇ, ਉਹ ਸਹਿਜ ਸੁਭਾਏ ਆਪੇ ਹੀ ਉਹ ਵਿਚਾਰ ਹੀ ਦੇਵੀ ਗੁਣ ਵਾਲੇ ਹੋ ਜਾਂਦੇ ਨੇ। ਉਹ ਉਹੋ ਜਿਹੇ ਵਿਚਾਰ ਆਣਗੇ। ਔਰ ਜਿਹੜੀ ਜਿਹਨੂੰ ਕਹਿ ਸਕਦੇ ਕਿ ਜਿਹੜੇ ਮਨੁੱਖੀ ਜਾਂ ਜਿਹਨੂੰ ਕਹੀਏ ਕਿ ਖਿਆਲੀ ਦੁਨੀਆ ਹੈਗੀ ਹੈ ਸਾਡੀ, ਜਿਹੜੇ ਸਾਡੇ ਆਪਣੇ ਹੀ ਕੀਤੇ ਹੋਏ ਨੇ ਕਿ ਨਹੀਂ ਇਸ ਤਰ੍ਹਾਂ ਹੁੰਦਾ ਹੋਣਾ, ਉਸ ਤਰ੍ਹਾਂ ਹੁੰਦਾ, ਇਹ ਸਾਰੀ ਚੀਜ਼ਾਂ ਤੋਂ ਅਲਿਪਤ ਹੋ ਜਾਂਦਾ ਬੰਦਾ, ਕਿਉਂਕਿ ਉਹਨੂੰ ਤਤ ਗਿਆਨ ਆ ਗਿਆ ਹੁੰਦਾ। ਫਿਰ ਗਿਆਨ ਇੰਦਰੇ ਤੇ ਕਰਮ ਇੰਦਰੇ, ਉਹਨੇ ਯਾਦ ਰਵੇ ਕਿ ਗਿਆਨ ਇੰਦਰੇ ਤੇ ਕਰਮ ਇੰਦਰੇ ਇਹ ਮਨ ਦੇ ਹਥਿਆਰ ਹੁੰਦੇ ਨੇ। ਤੋ ਇਹ ਜਿਹੜਾ ਮਨ ਦਾ ਹਥਿਆਰ ਹੁੰਦਾ ਹੈ, ਕਰਮ ਤੇ ਗਿਆਨ ਇੰਦਰੀਆਂ ਦੇ ਥਰੂ ਹੀ ਮਨ ਸਰੀਰ ਨੂੰ ਗਲਤ ਕੰਮ ਕਰਵਾਉਂਦਾ ਹੈ। ਸੋ ਇਹ ਹਥਿਆਰ ਨੇ ਮਨ ਦੇ ਸਰੀਰ ਦੇ ਉੱਤੇ ਕੰਟਰੋਲ ਕਰਨ ਦੇ। ਪਰ ਸ਼ਬਦ ਦੀ ਕਮਾਈ ਦੇ ਜੀਵਨ ਵਾਲਿਆਂ ਦਾ ਇੰਨੇ ਜ਼ਿਆਦਾ ਉਹ ਮਨ ਦੇ ਉੱਤੇ ਉਹਨਾਂ ਦਾ ਇੰਨਾ ਹੋਲਡ ਹੁੰਦਾ ਹੈ ਕਿ ਇਹੋ ਹੀ ਹਥਿਆਰ ਮਨ ਹੁਣ ਚੰਗੇ ਕੰਮਾਂ ਲਈ ਯੂਜ਼ ਕਰਦਾ, ਤੇ ਇਹੋ ਹੀ ਹਥਿਆਰਾਂ ਨਾਲ ਜਨਮਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਨੇ। ਤੋ ਇਹ ਬੜੇ ਇੰਪੋਰਟੈਂਟ ਹਥਿਆਰ ਨੇ। ਜੇ ਅਸੀਂ ਸੋਚੀਏ ਕਿ ਮਰਨ ਤੋਂ ਬਾਅਦ ਕਿਤੇ ਮੈਂ ਅੱਛਾ ਕੰਮ ਕਰ ਲਾਂਗਾ ਤੇ ਕਿੱਦਾਂ ਕਰਾਂਗਾ, ਸਰੀਰ ਨਹੀਂ ਲੈਣਾ, ਨਾ ਗਿਆਨ ਇੰਦਰ ਲੈਣੇ, ਨਾ ਕਰਮ ਇੰਦਰੇ ਲੈਣੇ। ਸੋ ਇਹ ਹਥਿਆਰ ਨੇ ਜਿਹੜੇ ਕਿ ਪਾਪ ਨੂੰ ਨਾਸ਼ ਵੀ ਕਰ ਸਕਦੇ ਨੇ ਤੇ ਪਾਪ ਵੀ ਕਰ ਸਕਦੇ ਨੇ। ਸੋ ਇਸ ਕਰਕੇ ਮਨ ਦੇ ਹੱਥ 'ਚ ਹੈਗਾ ਇਹ ਹਥਿਆਰ। ਸੋ ਇਸ ਕਰਕੇ ਇਹਦੇ ਬੜਾ ਅਵੇਅਰ ਰਹਿਣਾ ਹੈ। ਗੁਰ ਸ਼ਬਦ ਦੀ ਬਾਰੰਬਾਰ ਅਭਿਆਸ ਕੀਤਾ ਜਾਏ, ਜਿਹੜਾ ਅਸੀਂ ਕਰਨੇ ਆ, ਉਹਦੇ ਅੰਦਰ ਕਰਦੇ ਕਰਦੇ, ਇਹ ਅਭਿਆਸ ਕਰਦੇ ਕਰਦੇ ਅਸੀਂ ਦੇਖਾਂਗੇ ਕਿ ਸਾਡੀ ਆਪੇ ਹੀ ਮਾਇਆ ਦੀ ਜਿਹੜੀ ਭੁੱਖ ਹੈ ਉਹ ਆਪੇ ਹੀ ਸ਼ਾਂਤ ਹੋਣੀ ਸ਼ੁਰੂ ਹੋ ਜਾਂਦੀ ਹੈ। ਬਹੁਤ ਜ਼ਿਆਦਾ ਐਫਰਟ ਨਹੀਂ ਕਰਨੀ ਪੈਣੀ। ਐਫਰਟ ਇਸ ਸਾਈਡ ਕਰਨਾ, ਐਕਟਿਵਲੀ ਕਰਾਂ, ਮੈਨੂੰ ਇਹ ਚੀਜ਼ ਨਾ ਖਿਆਲ ਆਵੇ, ਨਾ ਆਏ, ਇਟ ਵਿਲ ਨਾਟ ਵਰਕ। ਖਿਆਲ ਆਏਗਾ ਆਪੇ, ਪਰ ਇਹ ਆਪੇ ਨੇ ਆਪ ਜਿਹੜਾ ਹੈ ਉਹਦੇ ਉੱਤੇ ਸ਼ਾਂਤੀ ਮਿਲ ਜਾਂਦੀ, ਸ਼ਾਂਤ ਹੋ ਜਾਂਦੇ ਇਹੋ ਜਿਹੇ ਤੋਂ। ਕਈ ਲੋਕ ਬਹੁਤ ਕਿਸਮ ਦੇ ਜਪ ਤਪ ਤੀਰਥ ਕਰਮ ਕਾਂਡ ਸੰਜਮ ਆਦਿ ਕਰਦੇ ਰਹਿੰਦੇ ਹੈ, ਜਾਂ ਕਈ ਰੂਹਾਨੀ ਤਰੀਕੇ ਵੀ ਅਪਣਾਉਂਦੇ ਨੇ, ਪਰ ਸ਼ਬਦ ਦੀ ਕਮਾਈ ਇਸ ਸਾਰਿਆਂ ਤੋਂ ਉੱਪਰ ਹੈਗੀ ਹੈ। ਤੇ ਇਹੋ ਹੀ ਸਭ ਤੋਂ ਉੱਤਾ ਜਾਪ ਤਾਪ ਹੈਗਾ ਕਿ ਸਭ ਸੁਰਤ ਦਾ ਮੇਲ। ਜੇ ਇਹ ਨਾ ਹੋਇਆ, ਜਿਸ ਤਰ੍ਹਾਂ ਕਿ ਅਸੀਂ ਪਹਿਲੇ ਵਾਲੇ ਸਲਾਈਡ ਦੇ ਉੱਤੇ ਜਿਹੜੀ ਸਭ ਤੋਂ ਉੱਪਰ ਲਿਖੀ ਹੋਈ ਪੰਕਤੀ ਅਸੀਂ ਜਿਹੜੀ ਉਹਨੇ ਪੜ੍ਹੀ ਸੀ ਕਿ ਸਾਰਾ ਕੁਛ ਇਹਦੇ ਅੰਦਰ ਹੈ। ਇਹ ਜਿੰਨੇ ਬਹੁਤ ਲੋਕ ਨੇ ਜਿਹੜੇ ਇਹੋ ਜਿਹੇ ਕਰਮਕਾਂਡ ਕਰਦੇ ਜਾਂ ਕੁਛ ਕਰਦੇ ਨੇ, ਪਰ ਉਹ ਸਾਰੇ ਵਿਅਰਥ ਜਾਂਦੇ ਨੇ ਜੇ ਤੁਹਾਡੀ ਇਹ ਸਭ ਸੁਰਤ ਦਾ ਮੇਲ ਨਾ ਹੋਏ। ਉਸ ਤੋਂ ਬਾਅਦ ਸਭ ਸੁਰਤ ਦੇ ਅਸੀਂ ਦੇਖਿਆ ਸ਼ਬਦ ਰੂਪ ਦੇ ਅੰਦਰ ਸ਼ਬਦ ਸਾਰੇ ਤਰਫ ਵਿਆਪਕ ਹੈ, ਸਾਰੇ ਤਰਫ ਫੈਲਿਆ ਹੋਇਆ। ਇਸ ਕਰਕੇ
पर असी महसूस नहीं कर पाते। पर जदों शब्द सुर का मेल होए तो इहो ही शब्द की कमाई के नाल शब्द की होंद नेड़ता समीपता महसूस होने लग पैंदी है कि शब्द मेरे आस पास है, हर जगह हर चीज़ के अंदर है, ये पता लगन लग पैंदा है। प्रभु जिस तरह कि असीं देखिया कि रब एक है, पर माइकी मंडल के अंदर कई चीज़ां इहो जिहियां ने जिहड़ी कि जिन्हों मैं कहना है कि दूजा भाव सो द्वैत विच हैगी, जिस तरह दिन है रात है, सुख है दुख है, तू है मैं, जिहड़ा कि सब तो वड्डा की कहंदे दूजा भाव है कि रब कोई मैं कोई, या उच्चा नीवा चंगा माड़ा सब कुछ दूजे भाव के अंदर बनिया होया। खाली केवल ते केवल सहज आनंदी इको ही शब्द है। एक शब्द असी समझिया सी पिछली बारी, तो इस करके ये मन मन लैंदा है ते मन की भटकना विकारी हालत ते ओदे अंदर जिहड़ा शब्द का सूक्ष्म भेद है वो मन समझ आ जाता मन ते गुर शब्द द्वारा ही प्रभु की सिफत सलाह की जा सकती है ते ओदी बख्शिश ते असी पात्र बन सकते। ओदी बख्शिशां हो रही ने, असी पात्र नहीं, ਇਹਦਾ भी एग्जाम्पल अज देखांगे ते ओदे असी पात्र बन सकते हैं। ते ये दुर्लभ जीवन सेवा सिमरन ते देवी गुण दे वणज व्यापार, वणज मतलब कि बिजनेस, बहुत जगह वर्ड आंदा है वणज। सो असी जेड़ा बिजनेस है जीवन का वो सेवा सिमरन ते देवी गुणा दे लई दिता गया है ते ये पॉसीबल ही शब्द के द्वारा होना। असली साडा जिहड़ा कहंदे हैगे दी परपस ऑफ लाइफ ये दिता ही सानू इसे करके गया सी ते ते शब्द दे प्यार श्रद्धा ते अनुभवी विचार द्वारा ही मोह माया का विनाश होएगा, जिहड़ी माया ने सानू जकड़िया होया। सो ये कुछ लिस्ट सी कि ये की बेनिफिट ने। हुण असी जावांगे कि होएगा किस तरह, वेरी इंपॉर्टेंट थिंग कि ये होएगा किस तरह, होएगा किस तरह। ये एक पंक्ति में पढ़ना है कि कबीर जी ने की कीता सी। कबीर जी कहंदे कि चीनत चीत निरंजन लाया, सो कहो कबीर तो अनुभव पाया। उन्होंने अपना दसिया कि भी मैं किदा कीता। आई रियली लाइक दिस पंक्ति बिकॉज उन्होंने क्लीयर कट किया है कि चीनत पहला कॉन्शियसली पता किया, देन चित अपना जिहड़ा मन है पूरा निरंजन नाल लाया गया। वो भी वही गल कर रहे हैं। दिस इज अ प्रूफ दैट जेड़ी साडे अगे महापुरख निकल गए या कोई गुरमुख निकल गए, उन्होंने केड़ा पाथ ना क्लियर कट इट इज गिवन। दी पंक्ति इज फ्रॉम गुरु ग्रंथ साहिब, सो देयर इज नो टू वे अबाउट इट। बट मुश्किल यह है कि असी किदा करिए। इट इज नॉट, हुणे तक मैं सारी चीज़ों की लिस्ट दे रहा सी, इट इज नॉट पॉसीबल टू गिव लिस्ट ऑफ दिस कि की असी करिए। क्यों नहीं पॉसीबल है? बिकॉज देयर आर मेनी एस्पेक्ट जिथे सानू एनालाइज करना पेगा बिफोर वी गो डू द एक्चुअल स्टेप्स। सो असी एक एक करके लांगे, कई स्टेप है ते इत्थे मैं जस्ट एक रेफरल ही किया कि कुछ एस्पेक्ट असी गिनांगे। सो पहला असी लईए कि पहला स्टेप है कि सानू गुरबाणी के अंतरी भाव समझने बड़ी जरूरी है। जिहड़े स्टेप लांगे वो होएगा, असी किदे ते विचार करांगे गुरबाणी के अंतरी भाव जिहड़े ने उन्हां दे उत्ते, समथिंग अबाउट ध्यान एंड मैं जिस तरह चलांगा दसांगा। सो गुरबाणी के अंतरी भाव का जिथों तक सवाल है कि जिस तरह असी क्या कहा सी कि अंतरी भाव के नाल पहला असी उन्होंने समझना है। हुण कई जिहड़े ग्रंथ होए ने होर रिलीजन विच भी बहुत जगह इस तरह सी कि भाषा इन्नी मुश्किल सी कि आम आदमी नहीं समझ सकता। ये तो असी बड़भागे हैं कि गुरु नानक जी ने जिहड़ी भी भाषा बोली ओह जी बोली जिहड़ी असी सानू सब नू समझ आ जाए। सो देयर इज नो रीजन कि मैं नहीं पढ़ सकिया, मैनू समझ नहीं आई। दूसरी गल हैगी कि कई बारी असी पढ़ जाने तो सानू जिस तरह असी पहला गल की कि सानू खाली उहदे लिटल मीनिंग पता लग जाते हैं पर अंतरी भाव कई बारी नहीं पता लगते। दूसरी गल है कि कुछ चीज़ां असी बेध्याने करते, जिहड़ी असी उस दिन गल की कि हजूरी पाठ की हुंदा ते हजूरी सिमरन की चीज़ हुंदी है।
ਸੋ ਅਸੀਂ ਸਭ ਤੋਂ ਪਹਿਲਾਂ ਗੱਲ ਇਹ ਕਰਨੇ ਕਿ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਦੀ ਅੰਤਰੀ ਭਾਵ ਸਮਝੀਏ ਪਹਿਲਾਂ। ਦੂਸਰਾ ਸਟੈਪ ਧਿਆਨ ਦੇ ਬਾਰੇ ਚ ਅਸੀਂ ਉਸ ਦਿਨ ਬਹੁਤ ਕੁਝ ਕੀਤਾ ਸੀ, ਸਾਰੇ ਸਟੈਪ ਵੀ ਦੇਖੇ ਸੀ ਧਿਆਨ ਦੇ, ਕਿ ਸ਼ਬਦ ਦੇ ਵਿਚਾਰ, ਭਾਵਨਾ ਤੇ ਕਮਾਈ ਨੂੰ ਇੱਕ ਸੁਰ ਕਰਕੇ ਆਪਣੀ ਵ੍ਰਿਤੀਆਂ ਨੂੰ ਇੱਕ ਜਗ੍ਹਾ ਟਿਕਾਣਾ, ਭਾਵਨਾ ਵੀ ਹੋਣੀ ਚਾਹੀਦੀ ਔਰ ਕਮਾਈ ਕਰਦੇ ਹੋਏ ਸ਼ਬਦ ਦੇ ਉੱਤੇ ਇੱਕ ਟਿਕ ਟਿਕਾਣਾ ਨੂੰ ਹੀ ਧਿਆਨ ਕਹਿੰਦੇ। ਸੋ ਸਭ ਸੁਰਤ ਦੇ ਮੇਲ ਲਈ ਧਿਆਨ ਜਾਂ ਇਕਾਗਰਤਾ ਬਹੁਤ ਜ਼ਰੂਰੀ ਹੈ, ਭਾਵੇਂ ਅਸੀਂ ਉਹਨੂੰ ਸੁਣੀਏ, ਵਿਚਾਰੀਏ ਜਾਂ ਗਾਈਏ। ਉਹਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈਗੀ ਕਿ ਅਸੀਂ ਉਹਦੇ ਉੱਤੇ ਕੰਸਨਟਰੇਟ ਕਰੀਏ। ਰਿਕੁਆਇਰਮੈਂਟ ਕੀ ਹੈ ਕੰਸਨਟ੍ਰੇਸ਼ਨ ਦੀ? ਕਿ ਸਾਡੇ 'ਚ ਚੇਤਨਾ, ਅਵੇਅਰਨੈਸ ਹੋਣੀ ਚਾਹੀਦੀ, ਸਰਦਾ ਭਾਵ ਨਹੀਂ ਹੋਣੀ ਚਾਹੀਦੀ, ਤੇ ਬੇਅੰਤ ਘਾਲਣਾ ਕਰਨ ਦੀ ਹਿੰਮਤ ਹੋਣੀ ਚਾਹੀਦੀ, ਤੇ ਸਹੀ ਅਗਵਾਈ ਹੋਣੀ ਚਾਹੀਦੀ ਹੈ। ਭਟਕ ਕਿਸੇ ਹੋਰ ਨੇ ਆ ਕੇ ਕੁਝ ਕਹਿ ਦਿੱਤਾ, ਸਾਡੇ ਕੋਲ ਜਦੋਂ ਹੈਗਾ, why we should go for anything else? ਸੋ ਇਸ ਕਰਕੇ ਇਹ ਬੜੀ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਅਸੀਂ ਉਦੋਂ ਮੈਗਨੀਫਾਈਂਗ ਗਲਾਸ ਵਾਲਾ ਦੇਖਿਆ ਸੀ ਕਿ ਕਿਸ ਤਰ੍ਹਾਂ ਅਸੀਂ ਧਿਆਨ ਨੂੰ ਕੰਸਨਟਰੇਟ ਕਰਨਾ ਸਾਡੀ ਬਿਰਤੀਆਂ ਨੂੰ ਇੱਕ ਪੁਆਇੰਟ ਦੇ ਉੱਤੇ। ਉਸ ਤੋਂ ਅਗਲਾ ਆਉਂਦਾ ਹੈ ਅਨੁਭਵੀ ਵਿਚਾਰ। ਹੁਣ ਇਹ ਅਨੁਭਵੀ ਵਿਚਾਰ ਕੀ ਹੈ ਕਿ ਦਿਨ ਰਾਤ ਸਾਡੀ ਸੁਰਤ ਹੈਗੀ ਜਿਹੜੀ ਉਹ ਦੁਨਿਆਵੀ ਚੀਜ਼ਾਂ, ਦੁਨਿਆਵੀ ਥਾਟਸ, ਦੁਨਿਆਵੀ ਸੀਨ ਦੇਖਦੀ ਹੈ, ਦੁਨਿਆਵੀ ਫੀਲਿੰਗਸ ਲੈਂਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਤੱਤ ਸ਼ਬਦ ਨਹੀਂ ਸੁਣਾਈ ਦਿੰਦਾ ਜਾਂ ਉਹ ਮਿੱਠਾ ਨਹੀਂ ਲੱਗਦਾ। ਇਸ ਕਰਕੇ ਕੀ ਹੋ ਰਿਹਾ ਕਿ ਫਿਰ ਕਿਸ ਤਰ੍ਹਾਂ ਮਿੱਠਾ ਲੱਗੇਗਾ, ਕਿੱਧਰੋਂ ਇੰਸਪੀਰੇਸ਼ਨ ਆਏਗੀ? ਇੰਸਪੀਰੇਸ਼ਨ ਉਹਨਾਂ ਕੋਲੋਂ ਆਏਗੀ ਜਿਹੜੇ ਲੋਕ ਇਸੇ ਮਾਰਗ ਤੇ ਸਾਡੇ ਅੱਗੇ ਜਾ ਰਹੇ ਨੇ। ਅਸੀਂ ਉਹਨਾਂ ਨੂੰ ਫੋਲੋ, ਅਸੀਂ ਉਹਨਾਂ ਦੀ ਪੂਜਾ ਨਹੀਂ ਕਰਨੀ, ਉਹਨਾਂ ਨੂੰ ਅਸੀਂ ਬਾਬੇ ਬਣਾ ਕੇ ਉਹਨਾਂ ਦੀ ਪੂਜਾ ਨਹੀਂ ਕਰਨੀ। ਫਿਰ ਅਸੀਂ ਕਰਨਾ ਕੀ ਹੈ? ਇਟ ਇਜ਼ ਲਾਈਕ ਦੈਨ ਇਨ ਅ ਸਕੂਲ there is one teacher which is called guru, but there are some senior students who are in higher class than you. So what we do is कि what they are doing or how they did it, so ਅਸੀਂ ਕਈ ਵਾਰੀ ਉਹਨਾਂ ਕੋਲੋਂ ਲੈਣੇ। ਸੋ ਜਿਹੜੀ ਸਾਧ ਸੰਗਤ ਅਸੀਂ ਜਦੋਂ ਬੈਠਦੇ ਹਾਂ ਉੱਥੇ ਕਈ ਬਖਸ਼ੇ ਹੋਏ ਗੁਰਮੁਖ ਹੁੰਦੇ ਨੇ ਜਿਨ੍ਹਾਂ ਦੀ ਸੰਗਤ ਅਗਵਾਈ ਦੇ ਨਾਲ ਕਈ ਵਾਰੀ ਸਾਨੂੰ ਡਾਊਟ ਅਸੀਂ ਉਹਨਾਂ ਕੋਲੋਂ ਪੁੱਛ ਸਕਦੇ ਹਾਂ, ਤੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਨੂੰ ਪੁੱਛ ਸਕਦੇ ਹਾਂ। ਉਹਦੇ ਨਾਲ ਕੀ ਹੋ ਜਾਂਦੀ, ਦਿਸ ਓਨਲੀ ਹੈਲਪ ਅਸ ਟੂ ਅੰਡਰਸਟੈਂਡ ਕਿ ਸੁਰਤ ਦੀ ਸੂਖਮਤਾ ਜਾਂ ਗਹਿਰਾਈ ਜਾਂ ਭਾਵਨਾ ਨੂੰ ਕਿੱਦਾਂ ਬਣਾਉਣਾ ਹੈ, ਕਿਸ ਤਰ੍ਹਾਂ ਬਣਾਉਣਾ ਹੈ, ਸੁਰਤ ਨੂੰ ਅਚੇਤ ਤੇ ਸਾਵਧਾਨ ਸੁਚੇਤ ਹੋ ਕੇ ਕਿਸ ਤਰ੍ਹਾਂ ਬਣਾਉਣਾ ਹੈ, ਸ਼ਬਦ ਸੁਰਤ ਦਾ ਅਭਿਆਸ ਕਿੱਦਾਂ ਕਰਨਾ ਹੈ, ਥਰੂ ਪਾਠ, ਕੀਰਤਨ, ਨਿਤਨੇਮ, ਵਿਚਾਰ। ਸੋ ਇਹ ਕਮਾਈ ਕਿੱਦਾਂ ਕਰਨੀ ਹੈ, ਇਹਦੇ ਸਾਰੇ ਆਸਪੈਕਟ ਸਾਨੂੰ ਉਧਰੋਂ ਦੇ ਵੀ ਮਿਲ ਸਕਦੇ ਨੇ ਜੇ ਸਾਨੂੰ ਇਸ ਮਾਰਗ ਤੇ ਚੱਲਣਾ ਅਸੀਂ ਸ਼ੁਰੂ ਕਰ ਦਈਏ। ਸੋ ਉਹ ਵੀ ਸਾਡੇ ਹਮਰਾਹੀ ਨੇ, ਦੇ ਆਰ ਆਲਸੋ ਵਿਦ ਅਸ ਔਨ ਦਾ ਸੇਮ ਪਾਥ। ਸੋ ਇਸੇ ਕਰਕੇ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਅਸੀਂ ਬੜਾ ਹਾਰਡ ਵਰਕ ਕਰ ਦਿੰਦੇ ਹਾਂ ਐਂਡ ਬਹੁਤ ਸਾਰੀ ਇੰਟੈਲੈਕਟ ਵੀ ਯੂਜ਼ ਕਰ ਲੈਂਦੇ ਹਾਂ, ਪਰ ਕੀ ਹੋ ਜਾਂਦਾ ਕਿ ਸਾਡਾ ਲਾਈਫ ਸਟਾਈਲ ਨਹੀਂ ਚੇਂਜ ਹੁੰਦਾ, ਕਿਉਂਕਿ ਹਾਲੇ ਤੱਕ ਦਿਮਾਗੀ ਵਿਚਾਰ ਚੱਲਦਾ ਹੈ। ਜਦੋਂ ਅਨੁਭਵੀ ਵਿਚਾਰ ਦੀ ਅਸੀਂ ਰੀਚ ਕਰਾਂਗੇ ਉਦੋਂ ਇਹ ਸਾਰੀ ਇੰਟੈਲੈਕਟ, ਹਾਰਡ ਵਰਕ, ਇਹ ਵਰਡ ਸਾਰੇ ਚੇਂਜ ਹੋ ਕੇ ਕਿਸੇ ਹੋਰ ਚੀਜ਼ 'ਚ ਹੋ ਜਾਣਗੇ। ਸ਼ਰਧਾ 'ਚ, ਦ੍ਰਿੜ ਵਿਸ਼ਵਾਸ ਵਿੱਚ, ਲਗਨ, ਭਾਵਨਾ, ਇਕਾਗਰਤਾ, ਸਿਮਰਨ, ਸਾਧ ਸੰਗਤ ਤੇ ਗੁਰ ਪ੍ਰਸਾਦ, ਇਹੋ ਜਿਹੇ ਵਰਡ ਕਨੈਕਟ ਹੋ ਜਾਣਗੇ ਉਸ ਨਾਲ ਸਾਡੀ ਕਾਲਨਾ ਦੇ ਨਾਲ। ਅਗਲਾ ਪੁਆਇੰਟ ਸਾਧ ਸੰਗਤ ਨਾ, ਇਹ ਬਹੁਤ ਜ਼ਰੂਰੀ ਹੈ ਕਿ ਸਤ ਸੰਗਤ ਤੇ ਸਾਧ ਸੰਗਤ, ਪਹਿਲਾਂ ਵੀ ਮੈਂ ਕਿਹਾ ਸੀ ਦੋਨਾਂ ਡਿਫਰੈਂਸ਼ੀਏਟ ਹੈਗਾ। ਸੱਚ ਸੰਗਤ ਹੈ ਜਿੱਥੇ ਸੱਚ ਵਰਤਿਆ ਜਾਂਦਾ ਹੈ। ਮੇਰੇ ਵਰਗੇ ਸੰਗਤ 'ਚ ਬੈਠੇ ਨੇ ਝੂਠੇ ਤੇ ਉਹ ਸਤ ਸੰਗਤ ਨਹੀਂ ਹੈ, ਸਤ ਨਹੀਂ ਹੈ ਪੂਰਾ। ਸੋ ਕੀ ਹੈਗੀ? ਸਾਧ ਸੰਗਤ ਜਿਹੜੇ ਸਾਧਨਾ ਕਰ ਰਹੇ ਨੇ ਉੱਥੇ ਪਹੁੰਚਣ ਲਈ। ਸੋ ਐਜ਼ ਅ ਸਾਧ ਸੰਗਤ ਦੇ, ਜਿਸ ਤਰ੍ਹਾਂ ਅਸੀਂ ਕਿਹਾ ਕਿ ਹੁਣੇ ਮੈਂ ਕਿਹਾ ਕਿ ਜਿਸ ਤਰ੍ਹਾਂ ਸਾਧ ਸੰਗਤ ਦੇ ਅੰਦਰ ਜਿਸ ਤਰ੍ਹਾਂ ਅਸੀਂ ਬੈਠੇ ਹੋਏ ਹਾਂ ਉਧਰੋਂ ਦੀ ਅਸੀਂ ਅਗਵਾਈ ਲੈ ਸਕਦੇ ਐਸੇ ਲੋਕਾਂ ਦੀ। ਤੇ ਲਿਖਿਆ ਵੀ ਹੋਇਆ ਹੈ ਕਿ ਕਿਉਂਕਿ ਕੁਝ ਵਿਰਲੇ ਗੁਰਮੁਖ ਨੇ, ਇਹ ਵੀ ਤੇ ਲਿਖਿਆ ਹੈ ਕਿ ਕੁਝ ਵਿਰਲੇ ਗੁਰਮੁਖ ਨੇ ਜਿਹੜਾ ਸ਼ਬਦ ਰੂਪੀ ਦੁੱਧ ਨੂੰ ਬਾਰੰਬਾਰ ਅਨੁਭਵੀ ਵਿਚਾਰ ਦੁਆਰਾ ਰਿੜਕ ਕੇ ਉਹਦੇ ਯਾਨੀ ਕਿ ਉਹਦੇ ਅਭਿਆਸ ਕਰ ਕਰਕੇ ਤਤ ਸ਼ਬਦ ਦਾ ਮੱਖਣ ਦਾ ਸਵਾਦ ਮਾਣ ਲੈਂਦੇ ਨੇ। ਫਿਰ ਕੁਝ ਐਸੇ ਵਿਰਲੇ ਗੁਰਮੁਖ ਨੇ ਜਿਹੜੇ ਸ਼ਬਦ ਰੂਪੀ ਦੁੱਧ ਨੂੰ ਬਾਰੰਬਾਰ ਅਨੁਭਵੀ ਵਿਚਾਰ ਦੁਆਰਾ ਰਿੜਕ ਕੇ ਤਤ ਸ਼ਬਦ ਦਾ ਮੱਖਣ ਦਾ ਸਵਾਦ ਮਾਣ ਲੈਂਦੇ ਨੇ। ਲਿਖਿਆ ਹੈ ਅੰਗ 1365 ਤੇ ਕਿ ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਸੋ ਇਸ ਲਈ
ਇਹ ਜਿਹੜੀ ਬਹੁਤ ਹੀ ਮੁਸ਼ਕਲ ਸ਼ਬਦ ਦੀ ਕਮਾਈ ਹੈਗੀ ਹੈ। ਇਸ ਤਰ੍ਹਾਂ ਦੀ ਸੰਗਤ ਦੇ ਅੰਦਰ ਰਹਿਣ ਨਾਲ ਇਹਦੇ ਤਰਫ ਉਤਸ਼ਾਹ ਵੱਧਦਾ ਹੈ, ਇਹ ਥੋੜੀ ਆਸਾਨ ਹੋ ਜਾਂਦੀ ਹੈ, ਇਹ ਸਵਾਦਿਸ਼ਟ ਲੱਗਣ ਲੱਗ ਪੈਂਦਾ ਇਹ ਪਾਠ, ਜਿਹੜਾ ਅਲੂਣੀ ਸਿਲ ਚੱਟਣ ਵਾਲੀ ਗੱਲ ਹੈਗੀ ਸੀ। ਅਗਲੀ ਪੁਆਇੰਟ, ਬਿਸਮਾ ਦੀ ਸਿਰਫ ਸਲਾਹ ਦੀ ਜਿਹੜੀ ਗੱਲ ਹੋਣੀ ਹੋਈ ਸੀ ਕਿ ਸਿਰਫ ਸਲਾਹ ਕਰਨੀ ਹੈ ਔਰ ਪ੍ਰੇਮਾ ਭਗਤੀ ਦੀ ਗੱਲ ਹੋ ਰਹੀ ਹੈ। ਪ੍ਰਭੂ ਨੂੰ ਅੰਤਰਯਾਮੀ ਜਾਂ ਸਰਵ ਵਿਆਪਕ ਜਾਂ ਹਾਜ਼ਰਾ ਹਜੂਰ ਜਾਂ ਸਰਬ ਸਮਰੱਥ ਆਦਿ ਕਈ ਨਾਵਾਂ ਤੋਂ ਜਾਣਿਆ ਜਾਂਦਾ ਹੈ। ਉਹਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਉਹਦੇ ਭੈ ਵਿੱਚ ਹਿਰਦੇ ਨੂੰ ਬਸਾਣਾ ਦੀ ਗੱਲ ਹੁੰਦੀ ਹੈ, ਉਹਦੇ ਭੈ ਭਾਵਨੀ ਦੇ ਅੰਦਰ ਰਹਿਣ ਦੀ ਗੱਲ ਹੁੰਦੀ ਹੈ। ਸੋ ਜਦੋਂ ਅਸੀਂ ਉਹਦੀ ਸਿਫਤ ਸਲਾਹ ਕਰਦੇ ਹੋਏ ਪ੍ਰਭੂ ਦੇ ਨਿਰਮਲ ਭੈ ਨੂੰ ਹਿਰਦੇ 'ਚ ਵਸਾਉਂਦੇ ਹੋਏ ਉਹਦੀ ਭੈ ਭਾਵਨੀ 'ਚ ਰਹਿਣਾ ਸਿੱਖ ਜਾਈਏ, ਉਹਨੂੰ ਪ੍ਰੇਮ ਕਹਿੰਦੇ ਨੇ। ਉਹਨੂੰ ਕਹਿੰਦੇ ਪ੍ਰੇਮ, ਕਹਿੰਦੇ ਨੇ ਗੁਰ ਕੇ ਸ਼ਬਦ ਸਲਾਈਏ ਅੰਤਰ ਪ੍ਰੇਮ ਪਿਆਰ। तो ये प्रेम उधरों आना है। तो इस करके जिस तरह के असी कहिए, एक एग्जाम्पल दिमाग च आ गया, और किसी ਨੂੰ भी असी कोई अच्छे बंदे ਨਾਲ मिल के आइए, ਉਹਦੇ ਬਾਰੇ ਚ ਜਦੋਂ ਅਸੀਂ ਸੋਚੀਏ ਵੀ, ਜਦੋਂ ਬੰਦਾ ਯਾਦ ਆਤੇ ਤਾਂ ਉਹਦੇ ਤਰਫ ਪ੍ਰੇਮ ਸਰਦਾ ਜਾਂ ਭਾਵਨੀ ਹੀ ਉੱਠਦੀ ਹੈ ਕਿ ਉਹਦੀ ਸੰਗਤ 'ਚ ਮੈਨੂੰ ਬੜਾ ਮਜ਼ਾ ਆਇਆ ਸੀ, ਉਹਦੇ ਨਾਲ ਰਹਿਣ ਨੂੰ ਬੜਾ ਮਜ਼ਾ ਆਇਆ ਸੀ। ਉਸ ਤਰ੍ਹਾਂ ਹੀ ਜਦੋਂ ਰੱਬ ਨੂੰ ਯਾਦ ਕਰੀਏ ਤੇ ਉਹਦੀ ਸਿਫਤ ਸਲਾਹ ਨੂੰ ਯਾਦ ਕਰੀਏ, ਉਹ ਯਾਦ ਕਰ ਕਰਕੇ ਸਾਡੇ 'ਚ ਪ੍ਰੇਮ ਸਰਦਾ ਭਾਵਨੀ ਆਉਣੀ ਚਾਹੀਦੀ ਹੈ ਤੇ ਸਾਨੂੰ ਰੱਬ ਦੀ ਸੰਗਤ 'ਚ ਰਹਿਣ ਦਾ ਉਤਸ਼ਾਹ ਆਉਣਾ ਚਾਹੀਦਾ। ਜਿਸ ਤਰ੍ਹਾਂ ਇੱਕ ਅੱਛੇ ਬੰਦੇ ਨੂੰ ਮਿਲ ਕੇ ਉਹਦੇ ਨਾਲ ਜਿਹੜਾ ਰਿਹਾ ਸਾਨੂੰ ਟਾਈਮ ਯਾਦ ਆਉਂਦਾ, ਵੀ ਆਲਸੋ ਵਾਂਟ ਟੂ ਮੀਟ ਹਿਮ ਅਗੇਨ, ਸੋ ਅਸੀਂ ਕਹਿੰਦੇ ਆਈ ਵੁੱਡ ਲਾਈਕ ਟੂ ਮੀਟ ਯੂ ਅਗੇਨ। ਸੋ ਇਹ ਸੇਮ ਸਿਮਿਲੀ ਦੇ ਅੰਡਰ ਸਾਨੂੰ ਉਹੋ ਜਿਹੀ ਪ੍ਰੇਮ ਸਰਦਾ ਤੇ ਭਾਵਨੀ ਆਉਣੀ ਚਾਹੀਏ ਜਦੋਂ ਸਿਰਫ ਸਲਾਹ ਕਰੀਏ ਰੱਬ ਦੀ, ਕਿ ਸਾਨੂੰ ਰੱਬ ਦੀ ਸੰਗਤ 'ਚ ਜਾਣ ਦਾ ਬਾਰ-ਬਾਰ ਉਤਸ਼ਾਹ ਮਿਲੇ। ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਸਾਨੂੰ ਬਹੁਤ ਉਤਸ਼ਾਹ ਮਿਲਦਾ ਹੈ ਨਾ ਇਸ ਤਰ੍ਹਾਂ ਉਹਦੀ ਸਿਫਤ ਸਲਾਹ ਕਰਕੇ, ਤੇ ਵਿਚਕਾਰ ਸਾਨੂੰ ਸਡਨਲੀ ਪਤਾ ਲੱਗਦਾ ਕਿ ਉਹਦੀ ਸਿਫਤ ਸਲਾਹ ਕਰਦਿਆਂ ਸਾਨੂੰ ਖਿਆਲ ਆਏਗਾ ਕਿ ਸਾਡੀ ਤੇ ਆਪਣੀ ਜਿਹੜੀ ਹਸਤੀ ਹੈ ਉਹਦੀ ਜਿਹੜੀ ਵਡਿਆਈ ਕਰਨ ਦਾ ਮਨ ਹੀ ਖਤਮ ਹੋ ਜਾਏਗਾ, ਕਿਉਂਕਿ ਜਦੋਂ ਉਹਦੀ ਸਿਫਤ ਸਲਾਹ ਕਰਾਂਗੇ ਪਤਾ ਲੱਗੇਗਾ ਵੀ ਆਰ ਨੋਵੇਅਰ ਨੀਅਰ ਇਟ, ਤੇ ਅਸੀਂ ਉਹਦੀ ਸੰਗਤ ਕਰਨਾ ਚਾਹੁੰਦੇ ਹਾਂ। ਉਹ ਸਾਡੀ ਸੰਗਤ ਕਿਉਂ ਕਰਨਾ ਚਾਹੇਗਾ? ਜਨਰਲੀ ਸੰਗਤ ਕਿੱਦੇ 'ਚ ਹੁੰਦੀ? ਜਿਹੜੇ ਦੋ ਦੋਸਤਾਂ ਦੇ ਖਿਆਲ ਮਿਲਦੇ ਨੇ, ਉਹ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ। ਹੁਣ ਇੱਕ ਬਹੁਤ ਚੰਗਾ ਇੱਕ ਬਹੁਤ ਮਾੜਾ, ਮਾੜਾ ਵਾਲਾ ਚੰਗੇ ਨੂੰ ਮਿਲਣਾ ਚਾਹੁੰਦਾ, ਚੰਗਾ ਵਾਲਾ ਮੇ ਨਾਟ ਲਾਈਕ ਟੂ ਮੀਟ। ਸੋ ਇਸ ਕਰਕੇ ਜਿਹੜੀ ਸੰਗਤ ਅਸੀਂ ਕਰਨਾ ਚਾਹੁੰਦੇ ਹਾਂ ਤੇ ਸਾਡੇ ਅੰਦਰ ਜਿਹੜੀ ਹਉਮੈ ਦੀ ਹੈ ਨਾ, ਉਹ ਜੇ ਮੈਂ ਮੇਰੀ ਦੀ ਹੈ, ਉਹ ਹਸਤੀ ਜਿਹੜੀ ਮੇਰੀ ਹੈ ਉਹ ਆਪੇ ਯੂਜ਼ਲੈਸ ਲੱਗਣ ਲੱਗ ਪੈਂਦੀ ਹੈ ਉਹਦੀ ਸਿਫਤ ਸਲਾਹ ਕਰਕੇ। ਤੋ ਇਸ ਕਰਕੇ ਕੀ ਹੋ ਜਾਂਦਾ ਕਿ ਸਟੈਪ ਕੀ ਹੁੰਦਾ, ਪਹਿਲਾਂ ਤੇ ਮੈਨੂੰ ਮੇਰੀ ਹਸਤੀ ਯੂਜ਼ਲੈਸ ਲੱਗਣ ਲੱਗ ਪੈਂਦੀ ਹੈ, ਉਸ ਤੋਂ ਬਾਅਦ ਜਿਹੜਾ ਰਸ ਆਉਂਦਾ ਹੈ ਉਹਦੇ ਨਾਲ ਸਿਫਤ ਸਲਾਹ ਦਾ ਚਾਹ ਵੱਧਦਾ ਹੈ। ਤੇ ਜਿਸ ਤਰ੍ਹਾਂ ਅਸੀਂ ਕਿਹਾ ਕਿ ਭੈ ਤੇ ਪ੍ਰੇਮ ਵੀ ਵੱਧਦਾ ਹੈ ਉਹਦੇ ਨਾਲ। ਜਦੋਂ ਉਹ ਵੱਧਦਾ ਹੈ ਤੇ ਅਸੀਂ ਦੇਖਨੇ ਕਿ ਸਾਨੂੰ ਹਰ ਵਕਤ ਉਹਦੀ ਸਿਫਤ ਸਲਾਹ ਕਰਨ ਵਾਲੇ ਉਹਦੀ ਇੱਕ ਨਵੀਂ ਚੀਜ਼ ਪਤਾ ਲੱਗੇਗੀ, ਹਰ ਟਾਈਮ ਇੱਕ ਨਵਾਂ ਉਤਸ਼ਾਹ ਆਏਗਾ, ਇੱਕ ਹੋਰ ਕਨੈਕਸ਼ਨ ਮਿਲੇਗਾ ਰੱਬ ਦੇ ਨਾਲ ਐਵਰੀ ਟਾਈਮ। तो ਜਿਹੜਾ ਸਾਨੂੰ ਬਾਰ-ਬਾਰ ਨਵੇਂ ਤੋਂ ਨਵੇਂ ਕਨੈਕਸ਼ਨ ਬਣਦੇ ਆ ਉਹਦੇ ਨਾਲ, ਇਸ ਨੂੰ ਹੀ ਕਹਿੰਦੇ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾ, ਕਿਉਂਕਿ ਉਹਦੀ ਤੇ ਲਿਮਿਟਲੈਸ ਕੁਆਲਿਟੀਜ਼ ਨੇ। तो ਸਾਨੂੰ ਹਰ ਟਾਈਮ ਇੱਕ ਕੁਆਲਿਟੀ ਐਪਰੀਸ਼ੀਏਟ ਕਰਨ ਨੂੰ ਮਿਲ ਹੀ ਜਾਂਦੀ ਹੈ। ਸੋ ਇਸੇ ਰੱਬੀ ਬਿਸਮਾਤ ਜਾਂ ਇਲਾਹੀ ਪ੍ਰੇਮ ਰਸ ਨੂੰ ਮਾਣਦੇ ਹੋਏ ਮਾਇਆ ਦੀ ਹੋਂਦ ਤੇ ਦੁਨੀਆ ਦਾ ਮੋਹ ਆਪੇ ਹੀ ਅਲੋਪ ਹੋ ਜਾਂਦਾ ਹੈ। ਉਸੇ ਤਰ੍ਹਾਂ ਸਭ ਸੂਰਤ ਦੇ ਅੰਦਰ ਲਿਵਲੀਨ ਹੋਣ ਨਾਲ ਮਨ ਬੁੱਧੀ ਅਹੰਕਾਰ ਮਾਇਆ ਮੰਡਲ ਦੀ ਸਾਰੀ ਕੁਦਰਤ ਦੀ ਜਿੰਨੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ ਮਾਇਆਵੀ, ਸਾਰੀ ਅਰਥਹੀਨ ਹੋ ਜਾਂਦੀਆਂ। ਤੇ ਕਦੀ ਕਦੀ ਤੇ ਇਹ ਹੋ ਜਾਂਦਾ ਕਿ ਸਾਨੂੰ ਮਾਨਸਿਕ ਹਾਲਤ ਇਹੋ ਜਿਹੀ ਹੋ ਜਾਂਦੀ ਕਿ ਸਾਨੂੰ ਬੜਾ ਅਭਾਵ ਜਿਹਾ ਮਹਿਸੂਸ ਹੁੰਦਾ ਹੈ ਸ਼ੁਰੂ 'ਚ। ਕਿਉਂ? ਕਿਉਂਕਿ ਸਡਨਲੀ ਉਹ ਥਾਟਸ ਦੀ ਲੋੜ ਹੀ ਨਹੀਂ ਪੈ ਰਹੀ ਜਿਹੜੀ ਇੰਨੀ ਦੇਰ ਤੋਂ ਤੇ ਇਹੋ ਨਾਲ ਭਰਿਆ ਪਿਆ ਸੀ ਦਿਮਾਗ। ਸਡਨਲੀ ਖਾਲੀਪਨ ਆਉਣ ਲੱਗ ਪੈਂਦਾ। ਦਿਸ ਇਜ਼ ਵਨ ਆਫ ਦਾ ਸਟੈਪਸ ਇਨ ਬਿਟਵੀਨ ਇੰਟਰਮੀਡੀਏਟ ਸਟੈਪ ਵੈਨ ਯੂ ਵਿਲ ਫੀਲ ਵੈਰੀ ਐਮਟੀਨੈਸ। ਸੋ ਇਹ ਹੈਗੀ ਬਿਸਮਾਤ ਦੀ ਸਿਰਫ ਸਲਾਹ। ਹੁਣ ਆਂਦਾ ਹੈਗਾ ਜਿਹਨੂੰ ਅਸੀਂ ਸਿਮਰਨ ਕਹੀਏ ਜਾਂ ਬਾਰੰਬਾਰ ਅਭਿਆਸ ਕਿਉਂ ਕਰ,
तो नैक्सट पॉइंट इज बारंबार अभ्यास। ਤੇ ਮੁਸ਼ਕਲ ਕੀ, ਉਹ ਕਿਉਂ ਬਾਰੰਬਾਰ ਅਭਿਆਸ ਦੀ ਲੋੜ ਪੈ ਰਹੀ ਹੈ? ਕਿਉਂਕਿ ਪ੍ਰੋਬਲਮ ਇਹ ਹੈ ਕਿ ਜਨਮਾਂ ਤੋਂ ਅਸੀਂ ਸੁਰਤ ਨੂੰ ਮਾਇਆ ਦੇ ਅੰਦਰ ਲਗਾਇਆ। ਮਾਇਆ ਨੇ ਅਨੇਕ ਰੰਗ, ਮਾਇਆ ਦੇ ਅਨੇਕ ਸੁਰਤ ਨੇ ਭੋਗੇ ਨੇ, ਤੇ ਹਮੇਸ਼ਾ ਵਿਚਿੱਤਰ ਤੇ ਨਵੇਂ ਤੋਂ ਨਵੀਂ ਚੀਜ਼ਾਂ ਨਾਲ ਆਕਰਸ਼ਿਤ ਹੋਇਆ ਮਨ। ਜਦੋਂ ਸਾਨੂੰ ਕਿਸੇ ਚੀਜ਼ ਨਾਲ ਅਟਰੈਕਸ਼ਨ ਹੁੰਦੀ ਹੈ, ਕੁਛ ਦੇਰ ਰਹਿੰਦੀ ਹੈ, ਉਸ ਤੋਂ ਬਾਅਦ ਸਾਡੀ ਅਟਰੈਕਸ਼ਨ ਮਿਟ ਕੇ ਸਾਨੂੰ ਉਸ ਤੋਂ ਵਧੀਆ ਚਾਹੀਦਾ। ਮੇਰੇ ਕੋਲ ਅਗਰ ਇੱਕ ਕਾਰ ਹੈਗੀ ਟੋਇਟਾ, ਉਹ ਨਹੀਂ ਚਾਹੀਦੀ, ਹੁਣ ਮਰਸੀਡੀਜ਼ ਚਾਹੀਦੀ, ਮਰਸੀਡੀਜ਼ ਆ ਗਈ। ਹੁਣ ਮਰਸੀਡੀਜ਼ ਲੈਣ ਤੋਂ ਬਾਅਦ ਕੁਝ ਦਿਨ ਤਾਂ ਮੈਂ ਬੜਾ ਖੁਸ਼ ਹੈਗਾ, ਮੇਰੇ ਕੋਲ ਮਰਸੀਡੀਜ਼ ਹੈ। 6 ਮਹੀਨੇ ਤੋਂ ਬਾਅਦ ਮੈਂ ਇਹ ਵੀ ਭੁੱਲ ਜਾਣਾ ਮੇਰੇ ਕੋਲ ਕਿਹੜੀ ਕਾਰ ਹੈਗੀ, ਕਿਉਂਕਿ ਇਟ ਇਜ਼ ਡੇ ਟੂ ਡੇ ਰੂਟੀਨ। ਹੁਣ ਸਡਨਲੀ ਕੁਝ ਹੋਰ ਦੇਖਾਂਗਾ, ਕੋਈ ਉਸ ਤੋਂ ਉੱਪਰਲੀ ਕਾਰ ਚਾਹੀਦਾ, ਹੁਣ ਮੈਨੂੰ ਉਹ ਚਾਹੀਦੀ। ਇਸ ਕਰਕੇ ਮਨ ਜਿਹੜਾ ਹੈਗਾ ਉਹ ਨਵੀਂ ਤੋਂ ਨਵੀਂ ਮਾਇਆ ਦੀ ਚੀਜ਼ਾਂ ਨਾਲ ਅਟਰੈਕਟ ਹੋ ਕੇ ਡਿਸਟਰੈਕਟ ਹੁੰਦਾ ਰਹਿੰਦਾ। ਦਿਸ ਇਜ਼ ਅ ਕਾਮਨ ਥਿੰਗ। ਹੁਣ ਦਿਸ ਹੈਜ਼ ਬੀਨ ਗੋਇੰਗ ਔਨ ਫॉर ਕਈ ਜਨਮਾਂ ਲਈ, ਕਈ ਜਨਮਾਂ ਲਈ ਸੇਮ ਚੱਲ ਰਿਹਾ। ਜੇ ਇਸ ਤਰ੍ਹਾਂ ਚੱਲ ਰਿਹਾ ਤੇ ਹੁਣ ਮੁਸ਼ਕਲ ਇਹ ਹੋ ਰਹੀ ਹੈ ਕਿ ਅਸੀਂ ਉਹਦਾ ਮੂੰਹ ਮੋੜਨਾ ਹੈ। ਜੇ ਅਨੇਕ ਰੰਗਾਂ ਵਾਲੀ ਬਿਸਮਾਦੀ ਸਿਫਤ ਸਲਾਹ ਜਾਂ ਸੁਰਤ ਨੂੰ ਪ੍ਰੇਮ ਭਗਤੀ ਵੱਲ ਮੋੜਨਾ ਹੈ, ਤੇ ਹੁਣ ਇਹਦੀ ਤੇ ਪ੍ਰੈਕਟਿਸ ਕਦੀ ਨਹੀਂ ਕੀਤੀ ਕਿਸੇ ਜਨਮ 'ਚ, ਤੇ ਹੁਣ ਜੇ ਅਸੀਂ ਉਧਰ ਤਰ੍ਹਾਂ ਮੋੜਾਂਗੇ ਤੇ ਉਹ ਐਡੀ ਜਲਦੀ ਥੋੜੀ ਮੁੜੇਗਾ। ਤੋ ਦੈਟ ਇਜ਼ ਵਾਈ ਸਾਨੂੰ ਬਾਰੰਬਾਰ ਅਭਿਆਸ ਕਰਨਾ ਜ਼ਰੂਰੀ ਹੈ। ਇਸ ਕਰਕੇ ਸਾਨੂੰ ਬਹੁਤ ਸਹੀ ਹਦਾਇਤ ਦਿੱਤੀ ਗਈ ਹੈ ਕਿ ਇਸੇ ਬਾਰੰਬਾਰ ਅਭਿਆਸ ਨਾਲ ਹੀ ਸੁਰਤ ਮਾਇਕੀ ਰਸਾਂ ਤੋਂ ਨਿਕਲ ਕੇ ਮਾਨਸਿਕ ਸ਼ੂਨਿਅਤਾ, ਜਿਹਨੂੰ ਮੈਂ ਕਿਹਾ ਮੈਂਟਲ ਐਮਟੀਨੈਸ, ਜਾਂ ਜਿਹਨੂੰ ਸ਼ੂਨਿਆ ਅਵਸਥਾ ਕਹਿੰਦੇ ਸੀ ਜੋਗੀ। ਸੋ ਪਹਿਲਾਂ ਸੁਰਤ ਮਾਇਕੀ ਰਸਾਂ ਤੋਂ ਨਿਕਲ ਕੇ ਮਾਨਸਿਕ ਸ਼ੂਨਿਅਤਾ ਤੱਕ ਪਹੁੰਚੇਗੀ, ਜਿਹਨੂੰ ਕਹਿੰਦੇ ਮੈਂਟਲ ਐਮਟੀਨੈਸ। ਉਹਦੇ ਅੱਗੇ ਪ੍ਰਭੂ ਦੇ ਇਲਾਹੀ ਮੰਡਲ ਤੋਂ ਅੱਛੇ ਗੁਣ ਲੈ ਕੇ ਉਹਦੇ ਨਾਲ ਮਨ ਭਰਿਆ ਜਾਏਗਾ। ਸੋ ਫਸਟ ਮਨ ਹੈਜ਼ ਟੂ ਬਿਕਮ ਖਾਲੀ, then it will reach mental emptiness, then it has to be filled. This is the aspect which today जिन्हें भी जिज्ञासु ने उन्होंने अवॉइड कर दे। क्यों? क्योंकि ये बड़ी वड्डी घालना, बहुत धीरज ते बहुत सरदा, इस करके ये सारी चीज़ां चाहिए। घालना बहुत करनी पैंदी है, धीरज बहुत चाहिए ते सरदा बहुत चाहिए। तो ये इसे करके इन्हों क्या कि लूणी सिल चट्टन वाली गल की। ते ਜਿਹੜੀ ਗੱਲ ਮੈਂ ਪਹਿਲਾਂ ਵੀ ਕੀਤੀ, ਇੱਕ ਵਾਰੀ ਦੁਹਰਾ ਦਾਂ ਕਿ ਜਿਹੜੀ ਮੈਂਟਲ ਐਮਟੀਨੈਸ ਦੀ ਗੱਲ ਹੋ ਰਹੀ ਹੈ, ਮਾਨਸਿਕ ਸ਼ੂਨਤਾ ਜਾਂ ਮਾਨਸਿਕ ਅਭਾਵ ਦੀ, ਉਹਦੇ ਅੰਦਰ ਜਿਹੜਾ ਥਾਟਲੈਸ, ਇਟ ਇਜ਼ ਅ ਟੈਂਪਰੇਰੀ ਫੇਜ਼ ਆਫ ਥਾਟਲੈਸ ਮਾਈਂਡ ਆਫ ਸਟੇਟ। ਤੋ ਜੋਗੀ ਨਾ ਇਹਨੂੰ ਹੀ ਗੋਲ ਸਮਝ ਲੈਂਦੇ ਸੀ ਆਪਣਾ। ਤੋ ਉਹਨੂੰ ਸਾਰਾ ਜਿਹੜਾ ਉਹਨਾਂ ਦਾ ਸਿਮਰਨ ਜਾਂ ਜੋ ਵੀ ਉਹ ਕਰਦੇ ਸੀ, ਉਹਨਾਂ ਦਾ ਰਹਿੰਦਾ ਸੀ ਕਿ ਮਨ ਨੂੰ ਵਿਕਾਰੀ ਇੱਛਾਵਾਂ ਤੋਂ ਖਾਲੀ ਕਰਨਾ। ਇਸ ਲਈ ਕਿਸੇ ਵੀ ਮੰਤਰ ਨੂੰ ਉਹ ਲੋਕ ਰੱਟਦੇ ਰਹਿੰਦੇ ਸੀ ਤੇ ਆਪਣੇ ਗੋਲ ਨੂੰ ਬਣਾ ਕੇ ਰੱਖਿਆ ਸੀ ਕਿ ਮਨ ਨੂੰ ਸ਼ੂਨਯ ਕਰਨਾ, ਇਹ ਮੈਂਟਲ ਐਮਟੀਨੈਸ ਤੱਕ ਪਹੁੰਚਣਾ। ਕਿੰਤੂ ਫਸਟ ਟਾਈਮ ਗੁਰੂ ਨਾਨਕ ਦੇਵ ਜੀ ਨੇ ਕਿਹਾ, ਉਹਨਾਂ ਨੇ ਕਿਹਾ ਕਿ ਇਹ ਮਨ ਨੂੰ ਬੜੇ ਖਾਲੀ ਸਥਾਨ ਨੂੰ ਦੇਵੀ ਗੁਣਾਂ ਨਾਲ ਭਰਪੂਰ ਕਰਨਾ। ਜਿਸ ਤਰ੍ਹਾਂ ਕਿ ਮੈਂ ਕਿਹਾ, ਕਿਉਂ? ਇਹਦੇ ਨਾਲ ਹੀ ਆਤਮਿਕ ਆਨੰਦ ਪ੍ਰਾਪਤ ਹੋਏਗਾ। ਔਰ ਜਿਹਨੂੰ ਕਹਿੰਦੇ ਹੈਗੇ ਕਿ ਇਟਰਨਲ ਬਲਿਸ, ਉਹ ਨਹੀਂ ਮਿਲੇਗਾ ਖਾਲੀ ਮਨ ਦੇ ਨਾਲ। ਤੇ ਸੁਰਤ ਪਰਮਾਤਮਾ ਦੇ ਦਰਸ਼ਨ ਕਰਨ ਲੱਗ ਪਏਗੀ, ਅਨੁਭਵੀ ਅਰਥ ਸਮਝ ਆਉਣ ਲੱਗ ਪੈਣਗੇ। ਤੋ ਇਹ ਇੱਕ ਲਾਸਟ ਐਂਡ ਇੰਪੋਰਟੈਂਟ ਪੁਆਇੰਟ ਦੈਟ ਇੱਕ ਅਭਿਆਸ ਸਾਨੂੰ ਹੋਰ ਇਹ ਸਾਰੀ ਚੀਜ਼ਾਂ ਨਾਲ ਕਰਨਾ ਪਏਗਾ। ਅਸੀਂ ਸਾਰੀ ਗੱਲ ਕੀਤੀ ਹੋਇਆ ਕਿ ਬਈ ਗੁਰਮੁਖਾਂ ਦੀ ਸੰਗਤ 'ਚ ਰਹਿਣਾ, ਸਾਧ ਸੰਗਤ 'ਚ ਜਾਣਾ, ਸਿਮਰਨ ਕਰਨਾ, ਸਾਰੀ ਗੱਲਾਂ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕਿ ਮਨ ਨੂੰ ਖੋਜਣ ਦੀ ਆਦਤ ਪਾ ਲਈਏ। ਮਨ ਨੂੰ ਖੋਜਣਾ ਸਾਰਾ ਕੀ ਹੈਗੀ ਪ੍ਰੋਬਲਮ, ਕਿ ਸਾਡਾ ਸਾਰਾ ਜਿਹੜੀ ਮਾਇਕੀ ਕਿਰਿਆ ਹੁੰਦੀ ਹੈ ਉਹ ਸਾਰੀ ਬਾਹਰ ਮੁਖੀ ਹੁੰਦੀ ਹੈ। ਬਾਹਰ ਮੁਖੀ ਹੋਣ ਦੇ ਕਾਰਨ ਜਿਹੜਾ ਆਤਮਿਕ ਸਾਧਨਾ ਜਿਹੜੀ ਕਿ ਅੰਤਰਮੁਖੀ ਹੈ, ਉਹਦੇ ਤੋਂ ਅਸੀਂ ਕਹਿ ਸਕਦੇ ਹੈਗੇ ਕਿ ਸਾਨੂੰ ਇਹਦਾ ਗਿਆਨ ਨਹੀਂ ਹੈ ਪੂਰਾ, ਕਿਸ ਤਰ੍ਹਾਂ ਕਰੀਏ, ਕਿਉਂਕਿ ਕੋਈ ਐਸੀ ਚੀਜ਼ ਅਸੀਂ ਕਰਦੇ ਨਹੀਂ ਰਹੇ ਜਿਹਦੇ ਨਾਲ ਕਿ ਸਾਨੂੰ ਉਸ ਸਾਈਡ ਦਾ ਗਿਆਨ ਹੋਵੇ। ਬਾਹਰ ਮੁਖੀ ਸਭ ਕੁਝ ਹੈ। ਸੋ ਜੇ ਅਸੀਂ ਕਹਿੰਦੇ ਕਿ ਸ਼ਬਦ ਸਾਡੇ ਅੰਤਰਾਤਮਾ 'ਚ ਵੱਸਦਾ ਹੈ ਤਾਂ ਖੋਜ ਵੀ ਤਾਂ ਅੰਤਰ ਵਾਲੀ ਕਰਨੀ ਹੈ ਨਾ। ਤਾਂ ਅੰਤਰ ਦੀ ਕਰਨੀ ਕੀਤਾ ਹੈ। ਮਨ ਜਨਮਾਂ ਤੋਂ ਦਸੋ ਦਿਸ਼ਾਵਾਂ 'ਚ ਦੌੜਨ ਦਾ ਬਹੁਤ ਆਦੀ ਹੈ। ਮਨ ਦੌੜਨ ਦਾ ਬਹੁਤ ਆਦੀ ਹੈ। ਸੋ ਬਾਰ-ਬਾਰ ਦਸੋ ਦਿਸ਼ਾ ਦੌੜਦਾ ਹੈ। ਹੁਣ ਭਟਕਦੇ ਮਨ ਨੂੰ ਅਸੀਂ ਕੰਟਰੋਲ ਕਰਨਾ ਹੈ। ਕੰਟਰੋਲ ਕਿੱਦਾਂ ਕਰਨਾ ਹੈਗਾ, ਉਹਦੀ ਕੋਈ ਸਟੇਜਿਸ ਹੋਣਗੀਆਂ। ਨਾਓ ਆਈ ਵਿਲ ਟੈਲ ਸਟੈਪ ਬਾਈ ਸਟੈਪ। ਪਹਿਲਾ
ਮਨ ਨੂੰ ਖੋਜਣਾ ਅਸੀਂ ਸ਼ੁਰੂ ਕਰੀਏ। ਪਹਿਲਾਂ ਮਨ ਹੈ ਕਿੱਥੇ, ਲੈਟ ਅਸ ਕੰਸੈਂਟਰੇਟ, ਅੰਤਰਮੁਖੀ ਹੋ ਕੇ ਪਹਿਲਾਂ ਮਨ ਦੀ ਖੋਜ ਕਰੀਏ। ਜੇ ਅਸੀਂ ਉਸ ਤਰਫ ਚੱਲੀਏ ਤੇ ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਕਿਸ ਤਰ੍ਹਾਂ ਖੋਜਣਾ ਹੈ, ਉਹਦਾ ਸਟੈਪ ਨੈਕਸਟ। ਪਹਿਲਾਂ ਤਾਂ ਇੱਕ ਵਿਚਾਰ ਆਵੇ ਕਿ ਮਨ ਨੂੰ ਖੋਜਣਾ ਹੈ। ਦੂਜੀ ਗੱਲ, ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈਗਾ। ਅੰਤਰਮੁਖੀ ਸਿਮਰਨ, ਬਾਹਰੋਂ ਅਸੀਂ ਜਿੰਨਾ ਮਰਜ਼ੀ ਬੋਲੀ ਜਾਈਏ, ਜੇ ਮਨ ਨਹੀਂ ਜੁੜਿਆ ਬਾਹਰੋਂ ਬੋਲੀਏ ਕਿ ਨਾ ਬੋਲੀਏ, ਅੰਦਰ ਨਾਲ ਜੁੜਨਾ ਜ਼ਰੂਰੀ। ਜਦੋਂ ਇਹ ਹੁੰਦਾ ਰਹੇਗਾ ਤੇ ਮਨ ਨੂੰ ਖੋਜਣ ਦੀ, ਮਨ ਦੀ ਭਟਕਣਾ ਪਹਿਲਾਂ ਰਿਅਲਾਈਜ਼ ਹੋਏਗੀ ਕਿ ਅਸੀਂ ਭਟਕ ਰਹੇ ਹਾਂ, ਕਿਉਂਕਿ ਬਾਰ-ਬਾਰ ਮਨ ਭਟਕੇਗਾ। ਸੋ ਵੀ ਵਿਲ ਰਿਅਲਾਈਜ਼ ਕਿ ਮਨ ਕੰਟਰੋਲ ਨਹੀਂ ਆਇਆ, ਮਨ ਭਟਕ ਰਿਹਾ, ਇਹ ਰਿਅਲਾਈਜ਼ ਹੋ ਜਾਏਗਾ ਜਦੋਂ ਅਸੀਂ ਕੋਸ਼ਿਸ਼ ਕਰੀਏ ਨਾ, ਕਿਉਂਕਿ ਥੋੜੀ ਦੇਰ ਚ ਖਿਆਲ ਚੇਂਜ ਹੋ ਜਾਏਗਾ ਸਾਡਾ, ਸਾਨੂੰ ਆਫਿਸ ਦਾ ਖਿਆਲ ਆ ਜਾਏਗਾ, ਸਾਨੂੰ ਪਤਾ ਲੱਗ ਜਾਏਗਾ ਮਨ ਭਟਕ ਰਿਹਾ, ਅਸੀਂ ਫਿਰ ਵਾਪਸ ਖਿੱਚ ਕੇ ਲਿਆਵਾਂਗੇ। ਜਦੋਂ ਇਹ ਅਸੀਂ ਕਰਦੇ ਰਹਾਂਗੇ ਨਾ, ਉਦੋਂ ਮਨ ਦੀ ਤ੍ਰਿਸ਼ਨਾ, ਚਿੰਤਾ, द्वेष ਆਦि ਬਿਮਾਰੀਆਂ ਸਾਫ਼ ਦਿਖਣੀ ਸ਼ੁਰੂ ਹੋ ਜਾਂਦੀ। ਸੋਲਵ ਨਹੀਂ ਹੋਈਆਂ ਹਾਲੇ, ਤਾਂ ਪਹਿਲਾਂ ਤਾਂ ਲੱਗਿਆ ਮਨ ਭਟਕ ਰਿਹਾ, ਥੋੜੀ ਦੇਰ ਚ ਸਾਨੂੰ ਜਦੋਂ ਅਸੀਂ ਦੇਖਾਂਗੇ ਬਾਰ-ਬਾਰ ਅਸੀਂ ਲਿਆ ਰਹੇ, ਬਾਰ-ਬਾਰ ਭਟਕ ਰਿਹਾ, ਫਿਰ ਸਾਨੂੰ ਪਤਾ ਲੱਗਿਆ ਭਟਕ ਕਿਉਂ ਰਿਹਾ। ਭਟਕ ਇਸ ਕਰਕੇ ਕਿ ਮੈਨੂੰ ਚਿੰਤਾ ਹੋ ਰਹੀ ਹੈ ਕਿ ਕੱਲ ਮੈਂ ਲੇਟ ਨਾ ਹੋ ਜਾ, ਮੈਨੂੰ ਚਿੰਤਾ ਹੋ ਰਹੀ ਹੈ ਫਲਾਣਾ ਨਾ ਹੋ ਜਾਵੇ, ਉਹ ਮੇਰਾ ਬਿਜ਼ਨਸ ਡਾਊਨ ਹੈ ਉਹਦੀ ਹੋ ਜਾਏ, ਉਹ ਫਲਾਣੇ ਨਾਲ ਦੁਸ਼ਮਣੀ ਉਹਦੀ ਹੋ ਜਾਏ। ਤਾਂ ਸਾਨੂੰ ਪਤਾ ਲੱਗਦਾ ਹੈ ਕਿ ਮਨ ਦੀ ਤ੍ਰਿਸ਼ਨਾ, ਚਿੰਤਾ ਤੇ द्वेष ਆਦि ਬਿਮਾਰੀਆਂ ਸਾਫ਼ ਦਿਖਣੀ ਸ਼ੁਰੂ ਹੋ ਜਾਂਦੀ ਸਾਡੇ ਮਨ ਦੇ ਅੰਦਰ, ਤੇ ਆਪਣਾ ਹੀ ਭਿਆਨਕ ਰੂਪ ਦਿਖਣਾ ਸ਼ੁਰੂ ਹੋ ਜਾਂਦਾ, ਆਪਣਾ ਹੀ ਭਿਆਨਕ ਰੂਪ ਦਿਖਣਾ ਸ਼ੁਰੂ ਹੋ ਜਾਂਦਾ। ਤੇ ਜਦੋਂ ਆਪਣਾ ਭਿਆਨਕ ਰੂਪ ਦਿਖਦਾ ਨਾ ਸਾਨੂੰ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਸਟੈਪ। ਜਦੋਂ ਸਾਨੂੰ ਆਪਣਾ ਭਿਆਨਕ ਰੂਪ ਰਿਅਲਾਈਜ਼ ਹੋ ਜਾਵੇ, ਉਦੋਂ ਸਾਡਾ ਅਹੰਕਾਰ, ਅਭਿਮਾਨ, ਆਈ ਐਮ ਦਾ ਬੈਸਟ, ਇਹ ਸਾਰਾ ਟੁੱਟ ਜਾਂਦਾ ਅੰਦਰੋਂ। ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਤੇ ਇੰਨਾ ਭਿਆਨਕ, ਮੈਂ ਕਿਹੜੇ ਬੇਸ ਦੇ ਉੱਤੇ ਕਹਿਣਾ ਆਈ ਐਮ ਦਾ ਬੈਸਟ। ਸੋ ਇਹ ਜਿਹੜਾ ਸਟੈਪ ਹੈ, ਇਹ ਮਨ ਦਾ ਨੈਕਸਟ ਸਟੈਪ ਹੈ ਕਿ ਸਾਨੂੰ ਆਪਣਾ ਭਿਆਨਕ ਰੂਪ ਦਿਖਦਾ ਹੈ। ਜਦੋਂ ਭਿਆਨਕ ਰੂਪ ਦੇਖ ਕੇ ਆਪਣਾ ਅਹੰਕਾਰ ਤੇ ਅਭਿਮਾਨ ਟੁੱਟ ਜਾਂਦਾ ਹੈ, ਉਸ ਤੋਂ ਬਾਅਦ ਸਭ ਸੂਰਤ ਦਾ ਮੇਲ ਦੀ ਸ਼ੁਰੂਆਤ ਹੁੰਦੀ ਹੈ, ਜ਼ਮੀਰ ਦੀ ਆਵਾਜ਼ ਜਾਗਦੀ ਹੈ, ਉਦੋਂ ਮਨ ਦਾ ਮਰਨਾ ਹੋ ਜਾਂਦਾ ਹੈ। ਸੋ ਹੁਣ ਮਨ ਦਾ ਮਰਨਾ ਦਾ ਸਾਡੇ ਲਈ ਮੀਨਿੰਗ ਬੜਾ ਸਾਫ਼, ਮਨ ਕਦੀ ਮਰਦਾ ਨਹੀਂ ਹੈ, ਮਨ ਮਰਦਾ ਤਾਂ ਨਹੀਂ ਹੈ, ਪਰ ਮਨ ਦੇ ਉੱਤੇ ਨਵੀਂ ਆਤਮਿਕ ਰੰਗਤ ਚੜ੍ਹਨੀ ਸ਼ੁਰੂ ਹੋ ਜਾਂਦੀ, ਜਿਹੜੀ ਅਸੀਂ ਹੁਣੇ ਡਿਸਕਸ਼ਨ ਤੋਂ ਪਹਿਲਾਂ ਲਾਲ ਰੰਗ ਦੀ ਗੱਲ ਕੀਤੀ ਸੀ। ਸੋ ਉਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਸੋ ਇਸ ਕਰਕੇ ਜਿਹੜਾ ਸਾਰਾ ਮਨ ਦਾ ਕਾਬੂ ਦਾ ਖੇਲ ਹੈ, ਉਹ ਅਸੀਂ ਦੇਖਿਆ ਕਿ ਆ ਸਾਰੇ ਸਟੈਪਸ ਜਿੰਨੇ ਦੱਸੇ, ਇਹ ਸਭ ਫੋਲੋ ਕਰਾਂਗੇ ਤਾਂ ਸਾਡਾ ਮਨ ਨੇ ਕੰਟਰੋਲ ਚ ਆਏਗਾ। ਇਹ ਘਾਲਣਾ ਬਹੁਤ ਕਠਿਨ ਹੈ, ਤੇ ਜਿਹੜੇ ਲੋਕ ਇਹ ਕੋਸ਼ਿਸ਼ ਕਰਦੇ ਨੇ, ਬੜਾ ਇੰਪੋਰਟੈਂਟ ਹੈ, ਯੂ ਵਿਲ ਨਾਟ ਬਿਲੀਵ ਦਿਸ, ਬਟ ਜਿਹੜੇ ਲੋਕ ਐਕਚੁਅਲੀ ਕੋਸ਼ਿਸ਼ ਕਰਦੇ ਨੇ, ਇਹ ਇੰਨੀ ਘਾਲਣਾ ਕਠਿਨ ਤੋਂ ਬਾਅਦ ਨਾ ਇਹਨਾਂ ਨੂੰ ਮਤਲਬ ਅੰਤਰਮੁਖੀ ਹੋ ਕੇ ਇਹਨਾਂ ਦੇ ਮਨ ਦੇ ਵਿਕਾਰਾਂ ਦੀ ਬਦਬੂ ਇਹ ਲੋਕਾਂ ਨੂੰ ਇੰਨੀ ਮਹਿਸੂਸ ਹੋਣ ਲੱਗ ਪੈਂਦੀ ਹੈ, ਜਦੋਂ ਮੇਰਾ ਭਿਆਨਕ ਰੂਪ ਦਿਖਦਾ, ਉਹਨਾਂ ਨੂੰ ਦੇ ਫੀਲ ਸੋ ਬੈਡ, ਦੇ ਪੂਰਾ ਦਿਨ ਪਰੇਸ਼ਾਨ ਰਹਿੰਦੇ ਨੇ ਕਿ ਮੈਂ ਅੰਦਰੋਂ ਇੰਨਾ ਗੰਦਾ। ਦੈਟ ਸਟੇਜ ਆਫ ਆਪਣਾ ਭਿਆਨਕ ਰੂਪ ਦੇਖਣਾ ਇਜ਼ ਸੋ ਇੰਪੋਰਟੈਂਟ। ਉਹ ਇਹੋ ਜਿਹੇ ਲੋਕ ਜਿਹੜੇ ਇਸ ਲਾਈਨ 'ਚ ਚੱਲਦੇ, ਉਹਨਾਂ ਨੂੰ ਬਹੁਤ ਸ਼ਰਮ ਆਉਂਦੀ, ਦਿਨ ਰਾਤ ਪਰੇਸ਼ਾਨ ਰਹਿੰਦੀ। they have taken 10 time baths, still they find that they are smelling bad, they look bad. So ਇਹ ਜਿਹੜਾ ਮਨ ਹੈਗਾ, ਉਹ ਸਾਫ਼ ਉਹਨਾਂ ਨੂੰ ਦਿਖਣਾ ਸ਼ੁਰੂ ਹੋ ਜਾਂਦਾ ਹੈ। So this is a very important step that we need to realize. ਉਸ ਤੋਂ ਨੈਕਸਟ ਆ ਜਾਂਦਾ ਹੈ ਕਿ ਇੰਨਾ ਡਿਫਿਕਲਟ ਕਿਉਂ ਹੈ ਪਾਥ, ਕੀ ਮੁਸ਼ਕਲ ਕੀ ਹੈ। ਤੇ ਉਹਦੇ ਲਈ ਅਸੀਂ ਪੜ੍ਹਿਆ ਵੀ ਹੈਗਾ ਕਿ ਭਗਤ ਭਾਵ ਇਹ ਮਾਰਗ ਵਿਖੜਾ, ਬਹੁਤ ਡਿਫਿਕਲਟ ਪਾਥ ਹੈ। ਗੁਰਦੁਆਰੇ ਕੋ ਭਾਵ, ਕੋਈ ਹੈਗਾ ਜਿਹੜਾ ਇਸ ਰਸਤੇ ਤੇ ਤੁਰ ਪਾਉਂਦਾ ਹੈ। ਸੋ ਇਹ ਜਿਹੜਾ ਇੱਕ ਇਮੇਜਿਨ ਕਰੋ, ਇੱਕ ਸੜਕ ਤੇ ਅਸੀਂ ਜਾ ਰਹੇ ਹਾਂ, ਤੇ ਸੜਕ ਤੇ ਜਾਂਦੇ ਜਾਂਦੇ ਅੱਗੇ ਪਹਾੜ ਸ਼ੁਰੂ ਹੋ ਗਿਆ। ਨਾਓ ਵੀ ਵਾਂਟ ਟੂ ਟਰੈਕ, ਸੋ ਅਸੀਂ ਟਰੈਕਿੰਗ ਤੇ ਚੱਲ ਰਹੇ ਪਹਾੜ ਤੇ। ਇਮੇਜਿਨ ਕਰੋ, ਵੈਸੇ ਟਰੈਕਿੰਗ ਤੇ ਚੜਨਾ ਮੁਸ਼ਕਲ ਹੋ ਜਾਂਦਾ ਹੈ। ਇਮੇਜਿਨ ਕਰੋ ਕਿ ਮੇਰੀ ਬੋਡੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਦੁਰਬਲ ਹੈ। ਜੇ ਮੇਰਾ ਸਰੀਰ ਬਹੁਤ ਦੁਰਬਲ ਹੈ, ਮੇਰੇ ਕੋਲ ਚੜਿਆ ਹੀ ਨਹੀਂ ਜਾ ਰਿਹਾ, ਉੱਪਰੋਂ ਲੱਤ ਟੁੱਟੀ ਹੋਈ ਹੈ, ਪਲਾਸਟਰ ਚੜਿਆ, ਤੇ ਕਹਿਣਾ ਹੈ ਗੋ ਅਪ। ਸੋ ਸਾਡੀ ਹਾਲਤ ਕੁਝ ਇਹੋ ਜਿਹੀ ਹੈ ਕਿ ਜੋ ਸੰਤ ਵੇਦ ਕਹਿਤ, ਮਤਲਬ ਦਿਸ ਇਜ਼ ਫਾਈਂਡਿੰਗ ਆਫ
लड़फ पहुंचे हुए लोग, जो संत वेद कहत पंथ गाखरो, मुश्किल टफ है, मोह मगन अहंग ताप। सो ਇਹਦੇ ਅੰਦਰ ਕੀ ਹੈਗਾ ਕਿ ਆਈ ਐਮ ਆਲਰੇਡੀ ਪਾਥ ਇਜ਼ ਆਲਰੇਡੀ ਡਿਫਿਕਲਟ, ਉੱਪਰੋਂ ਦੀ ਮੈਨੂੰ ਨਸ਼ਾ ਚੜਿਆ ਹੋਇਆ ਇਮੋਸ਼ਨਲ ਅਟੈਚਮੈਂਟ ਦਾ, ਉੱਪਰੋਂ ਦੀ ਮੈਨੂੰ ਬੁਖਾਰ ਚੜਿਆ ਹੈਗਾ ਮੈਂ ਮੇਰੀ ਦਾ। ਜਿਹਨੂੰ ਨਸ਼ਾ ਵੀ ਚੜਿਆ ਬੁਖਾਰ ਵੀ ਚੜਿਆ, ਉਹ ਇਸ ਰਸਤੇ ਕਿੱਦਾਂ ਚੱਲੇਗਾ, ਜਦਕਿ ਉਹ ਰਸਤਾ ਪਹਿਲਾਂ ਹੀ ਬੜਾ ਮੁਸ਼ਕਲ ਹੈਗਾ। ਸੋ ਸਾਡੀ ਸਟੇਜ ਕੁਝ ਇਹੋ ਜਿਹੀ ਬਣ ਗਈ ਹੈਗੀ। ਸੋ ਜੇ ਸਾਡੀ ਇਹੋ ਜਿਹੀ ਸਟੇਜ ਬਣੀ ਹੋਈ ਹੈ, ਤੇ ਇੱਕ ਗੱਲ ਮੈਂ ਉਦੋਂ ਕੀਤੀ ਸੀ ਕਿ ਵੀ ਵਿਲ ਟਾਕ ਅਬਾਊਟ ਅਲੂਣੀ ਸਿਲ। ਸੋ ਅਲੂਣੀ ਸਿਲ ਦੇ ਬਾਰੇ 'ਚ ਇਹ ਕਹਾਂਗਾ ਕਿ ਸਾਨੂੰ ਕਹਿੰਦੇ ਅਲੂਣੀ ਸਿਲ ਚਟਣ ਦੇ ਬਰਾਬਰ ਹੈ ਤਾਂ ਹੀ ਡਿਫਿਕਲਟ ਹੈ। ਅਲੂਣੀ ਸਿਲ ਚਟਣਾ ਦਾ ਮਤਲਬ ਹੁੰਦਾ ਹੈ ਕਿ ਪੱਥਰ, ਸਿਲ ਮਤਲਬ ਪੱਥਰ, ਇੱਕ ਪੱਥਰ ਨੂੰ ਅਸੀਂ ਚੱਟੀਏ ਤੇ ਟੇਸਟ ਤੇ ਨਹੀਂ ਆਏਗਾ ਕਿਉਂਕਿ ਉਹਦੇ ਲੂਣ ਤੱਕ ਨਹੀਂ ਹੁੰਦਾ, ਤੇ ਫਿਰ ਉਹਦੇ ਅੰਦਰ ਟੇਸਟ ਕੀ ਹੈਗਾ। ਸੋ ਸ਼ੁਰੂ 'ਚ ਜਦੋਂ ਅਸੀਂ ਘਾਲਣਾ ਕਰਦੇ ਸਾਨੂੰ ਇਟ ਲੁਕਸ ਵੈਰੀ ਟੇਸਟਲੈਸ, ਤੇ ਸਾਡਾ ਇਹ ਰਹਿੰਦਾ ਕਿ ਸਾਨੂੰ ਸਿੱਧੀ ਘਾਲਣਾ ਕਰਾਓ ਤੇ ਸਾਨੂੰ ਸਿੱਧਾ ਉਹਦਾ ਰਿਜ਼ਲਟ ਦਿਓ, ਇਨ ਬਿਟਵੀਨ ਅਸੀਂ ਨਹੀਂ ਚਾਹੁੰਦੇ। ਤੇ ਜਦੋਂ ਨਹੀਂ ਆਉਂਦਾ ਅਸੀਂ ਉਹ ਮਾਰਗ ਛੱਡ ਦਿੰਦੇ। ਤੇ ਇਸ ਕਰਕੇ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਉਹ ਮਾਰਗ ਨਾ ਛੱਡੀਏ। ਇਹਦੇ ਬਾਰੇ 'ਚ ਲੂਣੀ ਸਿਲ ਵਰਡ ਕਿਉਂ ਯੂਜ਼ ਕੀਤਾ ਗਿਆ ਹੈ, ਕਿਉਂਕਿ ਇੱਕ ਲੂਣੀ ਸਿਲ ਵੀ ਹੁੰਦੀ ਹੈ। ਸੋ ਇਹ ਲੂਣੀ ਸਿਲ ਕੀ ਹੈਗੀ, ਇੱਕ ਕਾਲੇ ਨਮਕ ਦੀ ਡਲੀ ਹੁੰਦੀ ਸੀ, ਜਿਹੜੇ ਪੱਥਰ ਦੇ ਸਾਈਜ਼ ਦੀ ਕਾਲੇ ਨਮਕ ਦੀ ਡਲੀ, ਉਹ ਡਲੀ ਦੇ ਅੰਦਰ ਉਹ ਕੀ ਕਰਦੇ ਸੀ, ਜਿਹੜੇ ਜੇ ਗਾਵਾਂ ਮੱਝਾਂ ਜੇ ਆਪਣਾ ਚਾਰਾ ਨਾ ਖਾਣ ਤੇ ਉਹਨਾਂ ਦੇ ਸਾਹਮਣੇ ਆ ਡਲੀ ਰੱਖ ਦਿੰਦੇ ਹੁੰਦੇ ਸੀ ਲੂਣੀ ਸਿਲ ਦੀ। ਸੋ ਇਹ ਲੂਣ ਦੇ ਸਿਲ ਦੀ, ਜਿਹੜੇ ਕਾਲੇ ਲੂਣ ਦੀ ਸਿਲ ਦੀ ਡਲੀ ਰੱਖਦੇ ਸੀ, ਉਹ ਗਾਵਾਂ ਮੱਝਾਂ ਉਹ ਲੂਣੀ ਸਿਲ ਨੂੰ ਜਦੋਂ ਚਟਦੀਆਂ ਸੀ ਤਾਂ ਉਹਨਾਂ ਨੂੰ ਨਮਕ ਦਾ ਸਵਾਦ ਆਉਂਦਾ ਸੀ ਤੇ ਉਹਨਾਂ ਦੀ ਐਪੇਟਾਈਟ ਇੰਕਰੀਜ਼ ਹੁੰਦੀ ਸੀ। ਸੋ ਉਹਨੂੰ ਲੂਣੀ ਸਿਲ ਕਹਿੰਦੇ ਸੀ। ਇਹ ਜਿਹੜੀ ਹੈਗੀ ਹੈ ਇਹ ਅਲੂਣੀ ਸਿਲ ਵਾਂਗ ਹੈਗੀ ਹੈ, ਜਿਹਦੇ ਅੰਦਰ ਸਾਨੂੰ ਕੋਈ ਟੇਸਟ ਨਹੀਂ ਆਉਣਾ ਸ਼ੁਰੂ 'ਚ। ਸੋ ਜਦੋਂ ਟੇਸਟ ਆਏਗਾ ਤਾਂ ਸਾਰੇ ਟੇਸਟ ਬਾਕੀ ਫਿੱਕੇ ਹੋ ਜਾਣਗੇ। ਸੋ ਇਹ ਜਿਹੜੀ ਚੀਜ਼ ਹੈ, ਇਹਦੇ ਨਾਲ ਅਸੀਂ ਟਾਈਮ ਹੁੰਦਾ ਜਾ ਰਿਹਾ। ਦੋ ਐਗਜ਼ਾਮਪਲ ਲਾਂਗੇ ਜਲਦੀ ਨਾਲ। ਪਹਿਲਾ ਐਗਜ਼ਾਮਪਲ ਅਸੀਂ ਲੈਂਦੇ ਹਾਂ ਅਬਾਊਟ ਸਨ। ਅਸੀਂ ਸੂਰਜ ਦਾ ਦੇਖਿਆ ਹੈ ਕਿ ਸੂਰਜ ਦੇ ਅੰਦਰ ਵਿਚਕਾਰ ਸੋਲਰ ਇਕਲਿਪਸ ਹੁੰਦਾ ਹੈ। ਸੋਲਰ ਇਕਲਿਪਸ ਦੇ ਅੰਦਰ ਕੀ ਹੋਇਆ ਕਿ ਜਿਹੜਾ ਮੂਨ ਹੈ ਉਹ ਸਨ ਤੇ ਅਰਥ ਦੇ ਵਿਚਕਾਰ ਆ ਗਿਆ। ਸਡਨਲੀ ਉਹ ਜਿੰਨੀ ਚਿਰ ਸੋਲਰ ਇਕਲਿਪਸ ਲੈਂਦਾ ਹਨੇਰਾ ਹੋ ਜਾਂਦਾ ਆਸ-ਪਾਸ। ਸੋ ਆਸ-ਪਾਸ ਹਨੇਰਾ ਹੋ ਜਾਂਦਾ ਹੈ, ਉਹਦਾ ਇਹ ਮਤਲਬ ਹੈਗਾ ਕਿ ਸੂਰਜ ਦੀ ਰੋਸ਼ਨੀ ਘਟ ਗਈ ਹੈ। ਸੂਰਜ ਦੀ ਰੋਸ਼ਨੀ ਨਹੀਂ ਘਟੀ, ਕੁਛ ਸੂਰਜ ਤੇ ਸਾਡੇ ਵਿਚਕਾਰ ਚੀਜ਼ ਆ ਗਈ, ਇਸ ਕਰਕੇ ਪੂਰੇ ਅਰਥ ਦੇ ਉੱਤੇ ਹਨੇਰਾ ਛਾ ਗਿਆ। ਪੂਰੇ ਅਰਥ ਤੇ ਹਨੇਰਾ ਛਾਇਆ ਕਿਉਂਕਿ ਕੋਈ ਚੀਜ਼ ਵਿੱਚ ਆਈ। ਦੂਸਰਾ ਐਗਜ਼ਾਮਪਲ ਕਿ ਇੱਕ ਕਮਰੇ 'ਚ ਜੇ ਅਸੀਂ ਬੰਦ ਹੋ ਜਾਈਏ, ਕਮਰੇ 'ਚ ਹਨੇਰਾ ਹੋਵੇ, ਰੋਸ਼ਨੀ ਤੇ ਆ ਰਹੀ ਹੈ ਪਰ ਸੂਰਜ ਦੀ ਕਿਰਨਾਂ ਨਹੀਂ ਆ ਰਹੀ ਕਿਉਂਕਿ ਅਸੀਂ ਬੰਦ ਕਮਰੇ 'ਚ ਹਨੇਰੇ ਕਮਰੇ 'ਚ ਬਹਿ ਗਏ ਹਾਂ ਜਾ ਕੇ। ਤੇ ਸੂਰਜ ਦੀ ਤੇ ਗਲਤੀ ਨਹੀਂ ਹੈ, ਸਾਡੇ ਕਮਰੇ 'ਚ ਹਨੇਰਾ ਤਾਂ ਹੈ ਕਿਉਂਕਿ ਅਸੀਂ ਉਹਨੂੰ ਸੂਰਜ ਨੂੰ ਅੰਦਰ ਨਹੀਂ ਆਉਣ ਦਿੱਤਾ, ਪਰਦਾ ਵੀ ਲਾਇਆ ਹੋਇਆ, ਪਰ ਅਸੀਂ ਹਨੇਰੇ ਕਮਰੇ 'ਚ ਖੁਦ ਬੈਠੇ ਹੋਏ। ਸੋ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਜਿਹੜੀ ਸਨਲਾਈਟ ਆਉਂਦੀ ਹੈ ਉਹਦੇ 'ਚ ਸਾਰੇ ਗੁਣ ਹੁੰਦੇ, ਜਿਸ ਤਰ੍ਹਾਂ 7 ਦੇ 7 ਰੰਗ ਹੁੰਦੇ, ਪਰ ਉਹਦੇ ਅੰਦਰ ਜੀਵਨ ਰੌ ਹੁੰਦੀ ਹੈ, ਉਹਦੇ ਅੰਦਰ ਹੀਟ ਹੁੰਦੀ ਹੈ, ਲਾਈਟ ਹੁੰਦੀ ਹੈ। ਇਹ ਸਾਰੀ ਚੀਜ਼ਾਂ ਜਿਹੜੀ ਹੈ ਇਹ ਸਹਿਜ ਸੁਭਾਏ, ਵਿਦਾਊਟ ਆਵਰ ਪਲੈਨਿੰਗ, ਆਵਰ ਥਾਟ, ਇਹ ਸਭ ਦੀ ਲੋੜ ਨਹੀਂ ਪੈਂਦੀ ਹੈ। ਸਾਡੇ ਕਿਸੇ ਕਿਸਮ ਦੀ ਘਾਲਣਾ ਤੋਂ ਬਿਨਾਂ ਸਾਨੂੰ ਸਹਿਜ ਸੁਭਾਏ ਮਿਲ ਰਹੀ ਹੁੰਦੀ ਹੈ। ਪਰ ਜੇ ਅਸੀਂ ਜਾ ਕੇ ਸ਼ੇਡ ਵਿੱਚ ਖੜੇ ਹੋ ਜਾਈਏ ਜਾ ਕੇ, ਜਾਂ ਕਿਸੇ ਹਨੇਰੇ ਕਮਰੇ 'ਚ ਵੜ ਜਾਈਏ, ਤੇ ਇਹੋ ਹੀ ਜਿਹੜੀ ਚੀਜ਼ ਹੈ ਉਹ ਸਾਨੂੰ ਨਹੀਂ ਮਿਲਦੀ। ਇਸੇ ਤਰ੍ਹਾਂ ਰੱਬ ਦੀ ਜਿੰਨੀ ਦਾਤਾਂ ਨੇ ਜਾਂ ਜਿੰਨੀ ਬਖਸ਼ਿਸ਼ ਹੈ ਉਹ ਸਹਿਜ ਸੁਭਾਏ ਸਾਡੇ ਬਿਨਾਂ ਮੰਗੇ, ਵਿਦਆਊਟ ਐਨੀਥਿੰਗ ਆ ਰਹੀ ਹੈ। ਸਾਰੀ ਘਾਲਣਾ ਸਾਨੂੰ ਆਪ ਨੂੰ ਸੁਧਾਰਨ ਦੀ ਇਸੇ ਕਰਕੇ ਪਈ ਹੈ, ਕਿਉਂਕਿ ਜਦੋਂ ਅਸੀਂ ਹਨੇਰੇ 'ਚ ਖੜੇ ਹੋ ਜਾਂਦੇ ਹਾਂ, ਅਗਿਆਨਤਾ ਦੇ ਹਨੇਰੇ 'ਚ, ਉਦੋਂ ਅਸੀਂ ਆਪਣੇ ਆਪ ਨੂੰ ਖੁਦ ਹੀ ਇਲਾਹੀ ਦਾਤ ਤੋਂ ਅਲੱਗ ਕਰ ਦਿੰਦੇ। ਸੋ ਇਹਦੇ 'ਚ ਫਿਰ ਜਿਸ ਤਰ੍ਹਾਂ ਉੱਥੇ ਸਨ ਦੀ ਕੋਈ ਗਲਤੀ ਨਹੀਂ ਸੀ, ਇੱਥੇ ਰੱਬ ਦੀ ਤਾਂ ਕੋਈ ਗਲਤੀ ਨਾ ਨਿਕਲੀ। ਜੇ ਅਸੀਂ ਇਸ ਤਰ੍ਹਾਂ ਹੀ ਅਸੀਂ ਹਨੇਰੇ 'ਚੋਂ ਬਾਹਰ ਆ ਜਾਈਏ ਤੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਲੈ ਆਈਏ ਤੇ
ਉਹਦੀ ਸਨਲਾਈਟ ਨੂੰ ਅਸੀਂ ਫੇਰ ਇੰਜੋਏ ਕਰ ਸਕਦੇ ਹਾਂ। ਐਗਜ਼ੈਕਟਲੀ ਉਸ ਤਰ੍ਹਾਂ ਹੀ ਅਸੀਂ ਪ੍ਰਭੂ ਦੀਆਂ ਦਿੱਤੀਆਂ ਦੇਵੀ ਦਾਤਾਂ ਨੂੰ ਇਕਸਾਰ ਸਹਿਜ ਸੁਭਾਏ ਬਿਨਾਂ ਸੋਚੇ ਬਿਨਾਂ ਯੁਕਤੀ ਦੇ ਸਾਨੂੰ ਮਿਲ ਸਕਦੀਆਂ ਨੇ। ਬਟ ਵੀ ਡੂ ਨਾਟ ਕਮ ਆਊਟ ਆਫ ਨੇਰਾ, ਅਸੀਂ ਬਾਹਰੋਂ ਨਹੀਂ ਆਉਣਾ ਚਾਹੁੰਦੇ ਨੇਰੇ ਤੋਂ, ਔਰ ਇਹ ਮਾਇਆ ਦੇ ਨੇਰੇ ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਜੇ ਅਸੀਂ ਨਿਕਲ ਆਈਏ ਤੇ ਉਹਦੀ ਹਜ਼ੂਰੀ ਵਿੱਚ ਆ ਜਾਈਏ ਤਾਂ ਸਭ ਸੁਰ ਦੀ ਕਮਾਈ ਹੋ ਸਕਦੀ ਹੈ। ਦੈਨ ਐਂਡ ਉਸੇ ਵਕਤ ਹੀ ਸਾਨੂੰ ਦੇਵੀ ਦਾਤਾ ਤੋਂ ਸਾਡਾ ਪ੍ਰਕਾਸ਼ ਸਹਿਜ ਸੁਭਾਏ ਹੋ ਸਕਦਾ ਹੈ। ਇਹਦਾ ਮਤਲਬ ਕੀ ਹੋਇਆ ਕਿ ਪ੍ਰਕਾਸ਼ ਦੇ ਨਿਗ ਨੂੰ ਮਾਨਣਾ ਵਰਸਿਸ ਵਾਂਝੇ ਰਹਿ ਜਾਣਾ, ਇਹ ਸਾਡੇ ਹੱਥ 'ਚ ਹੈ ਕਿ ਵੀ ਵਾਂਟ ਇਟ, ਕਿ ਅਸੀਂ ਨੇਰੇ ਕਮਰੇ 'ਚ ਰਹਿਣਾ ਚਾਹੁੰਦੇ। ਇੱਕ ਬਹੁਤ ਇੰਪੋਰਟੈਂਟ ਪੁਆਇੰਟ ਇੱਥੇ ਕਹਾਂਗਾ ਕਿ ਦਾਤ ਤੇ ਘਾਲਣਾ ਇਜ਼ ਨੈਵਰ ਪ੍ਰੋਪੋਰਸ਼ਨਲ ਟੂ ਈਚ ਅਦਰ। ਅਗੇਨ, ਦਾਤ ਤੇ ਘਾਲਣਾ ਇਜ਼ ਨੈਵਰ ਪ੍ਰੋਪੋਰਸ਼ਨਲ ਟੂ ਈਚ ਅਦਰ। ਇਨ ਕੰਪੈਰੀਜ਼ਨ ਟੂ ਰੱਬੀ ਦਾਤ, ਘਾਲਣਾ ਸਾਡੀ 5% ਵੀ ਨਹੀਂ ਹੁੰਦੀ ਹੈ, ਸਾਡੀ 5% ਵੀ ਨਹੀਂ ਹੁੰਦੀ ਹੈ ਜਿੰਨੀ ਕਿ ਸਾਨੂੰ ਦਾਤ ਮਿਲਦੀ ਹੈ। ਸੋ ਸਾਨੂੰ ਘਾਲਣਾ ਤੋਂ ਹੀ ਡਰ ਲੱਗਦਾ ਨੇ, ਉਸ ਤੋਂ ਬਾਅਦ ਜਿਹੜਾ ਮਿਲਣਾ ਇਟ ਇਜ਼ ਨਾਟ ਪ੍ਰੋਪੋਰਸ਼ਨਲ, ਆਊਟ ਆਫ ਪ੍ਰੋਪੋਰਸ਼ਨ। ਤੇ ਜਦੋਂ ਸਾਡੀ ਘਾਲਣਾ ਵੀ ਜਿਹੜੀ ਅਸੀਂ ਕਰ ਰਹੇ ਹਾਂ ਉਹ ਵੀ ਆਸਾਨ ਨਹੀਂ ਕਰ ਰਹੇ। ਕਿਉਂ ਇਹ ਆਸਾਨ ਦੀ ਮੈਂ ਗੱਲ ਕੀਤੀ? ਕਿਉਂਕਿ ਇੱਕ ਇਹੋ ਜਿਹਾ ਤਬਕਾ ਹੈ ਜਿਹੜਾ ਹਠ ਯੋਗ ਕਰਦਾ ਹੈ, ਹਠ ਯੋਗ ਕਰਕੇ ਡਿਮਾਂਡ ਕਰਦਾ ਹੈ, ਮੈਂ ਇੰਨਾ ਤਪ ਕੀਤਾ ਹੁਣ ਮੈਨੂੰ ਅਮਰਦਾਨ ਦਿਓ, ਮੈਂ ਹੱਕਦਾਰ ਹੈਗਾ। ਸੋ ਇਹ ਅਸੀਂ ਦੇਖਿਆ ਹੈਗਾ ਕਿ ਹਿੰਦੂ ਧਰਮ ਦੇ ਅੰਦਰ ਵੀ ਕਈ ਵਾਰੀ ਇਹੋ ਜਿਹੀ ਚੀਜ਼ਾਂ ਆਉਂਦੀਆਂ ਜਿੱਥੇ ਕਿ ਉਹ ਹਠ ਯੋਗ ਕਰਕੇ ਕਈ ਦਾਤਾਂ ਲੈ ਲੈਂਦੇ ਸੀ। ਸਾਡੇ ਇੱਥੇ ਇਹੋ ਜਿਹੀ ਗੱਲਾਂ ਹੁੰਦੀਆਂ ਹੀ ਨਹੀਂ। ਕਿਉਂ? ਕਿਉਂਕਿ ਸਾਡੀ ਸਾਰੀ ਘਾਲਣਾ ਕਿਸੇ ਹੋਰ ਚੀਜ਼ ਵਾਸਤੇ ਨਹੀਂ ਹੈ ਸਿਵਾਏ ਨਾਮ ਦੇ, ਹੋਰ ਕਿਸੇ ਚੀਜ਼ ਦੀ ਸਾਡੀ ਘਾਲਣਾ ਨਹੀਂ ਹੈ। ਸੋ ਇਸ ਕਰਕੇ ਜਿਹੜਾ ਹਠ ਯੋਗ ਵਾਲੀ ਗੱਲ ਹੈ ਉਹ ਸਾਡੇ ਹੈ ਹੀ ਨਹੀਂ। ਸੋ ਇਸ ਲਈ ਵੈਨ ਵੀ ਗੈਟ ਦਿਸ ਆਊਟ ਆਫ ਪ੍ਰੋਪੋਰਸ਼ਨ ਸੈਵਰਲ ਟਾਈਮ ਮੋਰ ਦੈਨ ਦੀ ਦਾਤ, ਦੈਨ ਸਾਨੂੰ ਇਹ ਆਊਟ ਆਫ ਪ੍ਰੋਪੋਰਸ਼ਨ ਥਿੰਗ ਜਦੋਂ ਸਾਨੂੰ ਪ੍ਰਾਪਤ ਹੁੰਦੀ ਹੈ ਸਾਡੀ ਘਾਲਣਾ ਤੋਂ ਬਾਅਦ, ਉਹਦਾ ਸੁੱਖ ਤੇ ਇਹੋ ਜਿਹਾ ਹੁੰਦਾ ਹੈ, ਉਹਦੀ ਆਨੰਦ ਤੇ ਸ਼ੁਕਰਾਨਾ ਇਹੋ ਜਿਹਾ ਹੁੰਦਾ ਜਿਹਦੇ ਲਈ ਵਰਡ ਨਿਹਾਲ ਯੂਜ਼ ਕੀਤਾ। ਅਸੀਂ ਨਿਹਾਲ ਹੋ ਜਾਂਦੇ ਕਿਉਂਕਿ ਇਟ ਹੈਜ਼ ਬੀਨ ਆਊਟ ਆਫ ਪ੍ਰੋਪੋਰਸ਼ਨ ਆਫ ਟੂ ਆਵਰ ਐਫਰਟਸ। ਸੋ ਇਸ ਕਰਕੇ ਇਸ ਜਿਹੜੀ ਚੀਜ਼ ਦੀ ਅਸੀਂ ਗੱਲ ਕੀਤੀ ਹੈ ਕਿ ਨੇਰੇ ਕਮਰੇ 'ਚ ਰਹਿਣਾ ਸੂਰਜ ਦੀ ਗਲਤੀ ਨਹੀਂ, ਇਕਲਿਪਸ ਹੋਣਾ ਸੂਰਜ ਦੀ ਗਲਤੀ ਨਹੀਂ, ਨੇਰੇ 'ਚ ਰਹਿਣਾ ਰੱਬ ਦੀ ਗਲਤੀ ਨਹੀਂ, ਉਹਦੇ ਚੀਜ਼ਾਂ ਤੋਂ ਵਾਂਝੇ ਹੋ ਜਾਣਾ ਸਾਡੀ ਗਲਤੀ ਨਹੀਂ। ਸਾਡੀ ਗਲਤੀ ਨੇਰੇ 'ਚ ਰਹਿਣਾ, ਸਾਡੀ ਗਲਤੀ ਮੂੰਹ ਮੋੜ ਲੈਣਾ, ਪੁੱਠੀ ਸਾਈਡ ਦੇਣਾ, ਸ਼ੈਡੋ ਵਿੱਚ ਰਹਿਣਾ ਹੈ। ਇੱਕ ਹੋਰ ਐਗਜ਼ਾਮਪਲ ਇੱਕ ਛੋਟਾ ਜਿਹਾ ਦੇ ਕੇ ਸਮਾਪਤ ਕਰਾਂਗਾ ਕਿ ਮੁਸ਼ਕਲ ਕੀ ਹੈਗੀ ਹੈ ਕਿ ਇੱਕ ਅਸੀਂ ਐਗਜ਼ਾਮਪਲ ਲੈਂਦੇ ਚਿਮਨੀ ਦਾ। ਹੁਣ ਇਹ ਪਹਿਲਾਂ ਦੇ ਜਿਹੜੀ ਲੈਂਪਸ ਹੁੰਦੀਆਂ ਸੀ ਨਾ, ਉਹ ਕੈਰੋਸਿਨ ਲੈਂਪ, ਉਹਦੇ ਅੰਦਰ ਨਾ ਫਲੇਮ ਲਗਾਉਣ ਤੋਂ ਬਾਅਦ ਨਾ ਅੰਦਰ ਸੂਟ ਕਲੈਕਟ ਹੋ ਜਾਂਦਾ ਸੀ, तो कालक कलैक्ट हो जाती सी ते उस जब कालक बहुत वध जाती सी ते सानू अंदरों दी साफ करना पैंदा हुंदा सी। जे ना साफ करिए ना ते रोशनी बाहर नहीं आती सी। ते हुण तुसीं ध्यान नाल सुनना कि जिहड़ी फ्लेम है उहनूं शब्द समझ लो, चिमनी नूं मन समझ लो, ते वो जिहड़ी उत्ते कालक लगी है उहनूं साडे विकार समझ लो। साडे विकार इन्ने ज़्यादा ने कि साडे अंदर जिहड़ी जोत जग रही है उहदी सानू रोशनी नहीं मिल रही, रोशनी नहीं मिल रही, सानू जोत भी नहीं दिख रही, क्योंकि साडे मन दे उत्ते साडी चिमनी दे उत्ते बहुत कालक लगी हुई है और ये एक दिन नहीं जन्मा जन्मा दी हैगी है कालक। सो इनू फिर जे सफाई करनी है तो केड़ी करनी, जेड़ी असी आज सारा कुछ पढ़िया कि अपनी सिमरन नाल साध संगत विच रह के शब्द नू पछाण के शब्द दा नाल एक मिक होके शब्द सुरत दा मेल होके ये सारी सफाई होएगी। ते जिस तरह असी देखिया कि जदों एक बारी सफाई हो जाए ते नाल वाली चीज तुसी देखो ओदी जदों सफाई की गई ते हुण तुहानूं ओदी रोशनी भी आ रही ते वो शब्द रूपी जोत भी दिखनी शुरू हो गई। ये जोत होर किथे नहीं पई, साडे अंदर हैगी है, ये लैंप असी हां। सो ये जोत भी अंदर हैगी, जिहड़ी जोत अंदर है वो सानू दिख नहीं रही। ये जोत नूं देखण वास्ते सानू साडी ही सफाई करनी पैनी, भावें असीं इहनूं अपना भांडा साफ करना कहिए, भावें इहनूं असीं विकारां तो मुक्त होना कहिए, भावें असीं इहनूं मन नूं इन्ने
ਸਾਲਾਂ ਦੀ ਮੈਲ ਲੱਗੀ ਕਿ ਕਾਲਾ ਸਿਆਹ ਹੋਇਆ ਪਿਆ ਜਿਹਨੂੰ ਕਹਿ ਦਿੰਦੇ ਆ, ਉਹ ਸਮਝ ਲਈਏ। ਔਰ ਇਹ ਸਫਾਈ ਜਿਹੜੀ ਚਿਮਨੀ ਦੀ ਕਰਨੀ ਹੈ ਸੂਤ ਦੀ, ਉਹ ਅਲੂਣੀ ਸਿਲ ਚੱਟਣ ਵਾਂਗ ਹੈਗੀ ਹੈ। ਪਰ ਜੇ ਅਸੀਂ ਕੀਤੀ ਤੇ ਜਿਹੜਾ ਅੰਦਰੋਂ ਦੀ ਪ੍ਰਕਾਸ਼ ਨਿਕਲੇਗਾ ਉਹਦੀ ਰੋਸ਼ਨੀ ਖਾਲੀ ਲੈਂਪ ਤੋਂ 5 ਸੈਂਟੀਮੀਟਰ ਦੂਰ ਤੱਕ ਜਾਂ ਲੈਂਪ ਦੇ ਅੰਦਰ ਤੱਕ ਨਹੀਂ ਰਹਿੰਦੀ, ਇਹ ਰੋਸ਼ਨੀ ਬਹੁਤ ਦੂਰ ਤੱਕ ਫੈਲਦੀ ਹੈ। ਇਸ ਲਈ ਇਹ ਯਾਦ ਰੱਖਣਾ 2-3 ਪੁਆਇੰਟ ਕਿ ਸਾਨੂੰ ਇਹ ਸਾਰੀ ਘਾਲਣਾ ਕਿਉਂ ਕਰਨੀ ਹੈ, ਸਬਸੂਰ ਦਾ ਮੇਲ ਕਿਉਂ ਚਾਹੀਦਾ, ਉਹਦੇ ਕੀ ਬੈਨੀਫਿਟਸ ਨੇ, ਕਿੱਦਾਂ ਅਸੀਂ ਇਹ ਸਾਰੀ ਚੀਜ਼ਾਂ ਤੇ ਧਿਆਨ ਦੇਣਾ। ਮਨ ਦੇ ਉੱਤੇ ਇੱਕ ਕਹਿ ਸਕਦੇ ਹੋ ਕਿ ਕਿਸਮ ਦੀ ਆਡਿਟ ਰੱਖਣਾ ਆਪਣੇ ਮਨ ਦੇ ਉੱਤੇ, ਹਮੇਸ਼ਾ ਆਡਿਟ ਯੋਰ ਮਨ, ਐਵਰੀ ਟਾਈਮ, ਐਵਰੀ ਵੀਕ, ਐਵਰੀ ਮੰਥ ਆਡਿਟ ਯੋਰ ਮਨ ਕਿ ਮਨ ਨੇ ਕੀ ਕੀਤਾ। ਤਾਂ ਹੀ ਮਨ ਦੇ ਉੱਤੇ ਇੱਕ ਕਹੇਗਾ ਕੰਟਰੋਲ ਆਉਣਾ ਸ਼ੁਰੂ ਹੋਏਗਾ ਜਦੋਂ ਮਨ ਨੂੰ ਆਪਣੀ ਭਿਆਨਕਤਾ ਦਿਖੇਗੀ। ਉਹ ਤਾਂ ਦਿਖੇਗੀ ਜੇ ਅਸੀਂ ਬਾਰ-ਬਾਰ ਆਡਿਟ ਕਰੀਏ। ਅਸੀਂ ਦੇਖਨੇ ਆ, ਅਸੀਂ ਜਦੋਂ ਜੋ ਲੋਕ ਆਡਿਟ ਕਰਦੇ ਨੇ ਉਹ ਜਾ ਕੇ ਕੋਈ ਨਾ ਕੋਈ ਚੀਜ਼ ਕੱਢਦੇ ਨੇ ਕਿ ਆਹ ਗੜਬੜੀ, ਜਿਹੜੀ ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਹੁੰਦੀ ਜਿੱਥੇ ਆਡਿਟ ਕਰਨ ਗਏ, ਉਹਨਾਂ ਦੀ ਗਲਤੀ ਨਹੀਂ ਹੁੰਦੀ, they never realize when the auditor says this has to be changed, this is against the rule or this is wrong, so ਉਸ time they change it. So the question is ਕਿ ਉਹ auditor ਵੀ ਅਸੀਂ ਆ ਉਸ ਮਨ ਦੇ। ਸੋ ਇਸ ਕਰਕੇ ਇਹ ਸਾਰੀ ਚੀਜ਼ਾਂ ਦੇਖਦੇ ਆ, ਇਹ ਟਾਈਮ ਆਏਗਾ ਜਦੋਂ ਆ ਸਾਡਾ ਲੈਂਪ ਹੈ ਉਹ ਕਲੀਨ ਹੋ ਜਾਏਗਾ, ਅੰਦਰੋਂ ਜੋਤ ਦਿਖੇਗੀ, ਰੋਸ਼ਨੀ ਆਏਗੀ ਤੇ ਆਪੇ ਆਪ ਮਾਇਆ ਦਾ ਜਿਹੜਾ ਅੰਧਕਾਰ ਹੈ ਉਹ ਮਿਟ ਜਾਏਗਾ, ਕਿਉਂਕਿ ਇਹ ਰੋਸ਼ਨੀ ਬਹੁਤ ਦੂਰ ਤੱਕ ਜਾਏਗੀ। ਦਿਸ ਰੱਬ ਦੀ ਰੋਸ਼ਨੀ is the reach is beyond the entire universe because universe is also created by this. So ਇਸ ਕਰਕੇ ਜਿਹੜਾ ਹੈਗਾ ਆਪਣਾ ਮੂਲ ਪਛਾਣਨ ਵਾਲੀ ਗੱਲ ਹੈ ਕਿ ਆਪਣੇ ਅੰਦਰ ਦੀ ਜੋਤ ਨੂੰ ਅਸੀਂ ਪਛਾਣਨ ਲੱਗ ਪਈਏ। ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।